ਸੁਭਾਸ਼ ਪ੍ਰਹਾਰ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਮਾਈਕ ਤੇ ਆਉਣ। ਸੁਭਾਸ਼ ਪ੍ਰਹਾਰ। ਦੋਸਤੋ, ਕ੍ਰਿਸ਼ਨ ਬਰਗਾੜੀ ਸੂਬਾਈ ਸਮਾਰੋਹ ਵਿੱਚ ਮੈਂ ਤੁਹਾਨੂੰ ਜੀ ਆਇਆਂ ਆਖਦਾ। ਪੰਜਾਬ ਵਿੱਚ ਤਰਕਸ਼ੀਲ ਲਹਿਰ ਨੂੰ ਜਿਉਂਦੇ ਰੱਖਣ ਤੇ ਅਗਾਂਹ ਵਧਾਉਣ 'ਚ ਕ੍ਰਿਸ਼ਨ ਬਰਗਾੜੀ ਤੇ ਉਹਨਾਂ ਵਰਗੇ ਹੋਰ ਸਿਰੜੀ ਦੋਸਤਾਂ ਦਾ ਜੋ ਹੱਥ ਹੈ ਉਹ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ। ਇਸ ਲਈ ਮੈਂ ਸਭ ਤੋਂ ਪਹਿਲੇ ਕ੍ਰਿਸ਼ਨ ਬਰਗਾੜੀ ਦੀ ਯਾਦ ਨੂੰ ਨਮਨ ਕਰਦਾ। ਹੁਣ ਆਪਾਂ ਅਗਲੇ ਜੋ ਅੱਜ ਦੇ ਵਿਚਾਰ ਚਰਚਾ ਤੇ ਆਉਂਦੇ ਹਾਂ, ਫਿਰਕਾ ਪ੍ਰਸਤ ਤਾਕਤਾਂ ਵੱਲੋਂ ਇਤਿਹਾਸ ਤੇ ਹਮਲੇ। ਚਾਹੇ ਇੱਕ ਤੁਹਾਡੇ ਜਦੋਂ ਮੇਰੇ ਲੈਕਚਰ ਦੌਰਾਨ ਤੁਹਾਡੇ ਦਿਮਾਗ ਦੇ ਵਿੱਚ ਜੋ ਵੀ ਸਵਾਲ ਆਉਂਦੇ ਨੇ ਉਹ ਤੁਸੀਂ ਨੋਟ ਕਰਦੇ ਰਹਿਣਾ, ਵਿੱਚ ਨਾ ਮਤਲਬ ਉਹ ਕਹਿ ਜੇ ਅਖੀਰ ਦੇ ਵਿੱਚ ਮੈਂ ਤੁਹਾਡੇ ਕੋਸ਼ਿਸ਼ ਕਰੂੰਗਾ ਕਿ ਸਾਰੇ ਸਵਾਲਾਂ ਦੇ ਜੋ ਹੋ ਸਕਦਾ ਮੈਂ ਜਵਾਬ ਦੇ। ਹੁਣ ਤੱਕ ਜਿਹੜੇ ਇਸ ਤੋਂ ਬੀਜੇਪੀ ਗਵਰਨਮੈਂਟ ਆਉਣ ਤੋਂ ਪਹਿਲੇ ਤੱਕ ਜਿਹੜੇ ਇਤਿਹਾਸ ਲਿਖੇ ਗਏ ਉਹ ਆਪਣੀ ਬਰੋਡ ਆਊਟਲਾਈਨ ਦੇ ਵਿੱਚ ਤਕਰੀਬਨ ਠੀਕ ਨੇ। ਮੋਟੇ ਤੌਰ ਦੇ ਉੱਤੇ ਪ੍ਰਾਚੀਨ ਭਾਰਤ ਦਾ ਇਤਿਹਾਸ ਤੇ ਮੱਧਕਾਲੀਨ ਭਾਰਤ ਦਾ, ਉਹਨਾਂ ਦੇ ਵਿੱਚ ਜੋ ਤੱਥ ਪੇਸ਼ ਜੋ ਵਿਚਾਰ ਪੇਸ਼ ਕੀਤੇ ਹੈ ਉਹਨਾਂ ਵਿੱਚ ਹੋ ਸਕਦਾ ਵਿਦਵਾਨਾਂ ਦੇ ਵਖਰੇਵੇਂ ਹੋਣ, ਉਹ ਕੋਈ ਖਾਸ ਗੱਲ ਨਹੀਂ, ਚੱਲਦਾ ਰਹਿੰਦਾ ਹੈਗਾ। ਕੋਈ ਵੀ ਚੀਜ਼ ਕੋਈ ਵੀ ਗਿਆਨ ਹੈ ਜਿਹੜਾ ਉਹ ਫਾਈਨਲ ਰੂਪ 'ਚ ਨਹੀਂ, ਲੇਕਿਨ ਫਿਰ ਵੀ ਜੋ ਬਰੋਡ ਆਊਟਲਾਈਨ ਹੈਗੀ ਹੈ ਉਹ ਅਸੀਂ ਪਤਾ ਲੱਗ ਹੈਗਾ ਕਿ ਉਹ ਠੀਕ ਹੈ। ਪਰਟੀਕੁਲਰਲੀ ਪੁਰਾਣੇ ਪੀਰੀਅਡ, ਮਾਡਰਨ ਦੇ ਵਿੱਚ ਥੋੜੀ ਮੋਟੀ ਹੋ ਜਾਂਦੀ ਹੈ ਵੀ ਕਿਹੜੀ ਪਾਰਟੀ ਆਉਂਦੀ ਹੈ ਉਹ ਕਿਹਦਾ ਰੋਲ ਘਟਾ ਦਿੰਦੀ ਹੈ ਕਿਹਦਾ ਵਧਾ ਦਿੰਦੀ ਹੈ, ਲੇਕਿਨ ਪਿੱਛੇ ਉਹ ਘੱਟੋ ਘੱਟ ਉਹਨਾਂ ਦਾ ਜਿਹੜਾ ਪਰਪਸ ਸੀਗਾ ਉਹ ਫਿਰਕਾ ਪ੍ਰਸਤ ਪੁਆਇੰਟ ਆਫ ਵਿਊ ਤੋਂ ਨਹੀਂ ਲਿਖੇ ਹੋਏ ਸੀ। ਜਿਹੜਾ NCERT ਨੇ ਜੋ ਕਿਤਾਬਾਂ ਲਿਖਾਈਆਂ ਭਾਰਤ ਦੇ ਇਤਿਹਾਸ ਬਾਰੇ ਉਹ ਬਿਹਤਰੀਨ ਕਿਤਾਬਾਂ ਨੇ। ਅਸੀਂ ਈਵਨ ਮੇਰੇ ਕੋਲ ਦੋਸਤ ਆਉਂਦੇ ਰਹਿੰਦੇ ਆ ਜੋ IAS ਤੇ ਔਰ PCS ਵਗੈਰਾ ਦੀ ਤਿਆਰੀ ਕਰਦੇ ਆ, ਉਹਨਾਂ ਨੂੰ ਵੀ ਹਮੇਸ਼ਾ ਮੈਂ ਉਹੀ ਸੁਜੈਸਟ ਕਰਦਾ ਕਿ NCERT ਦੀਆਂ ਜੋ ਕਿਤਾਬਾਂ ਭਾਵੇਂ ਉਹਨਾਂ ਨੇ 8ਵੀਂ 9ਵੀਂ 10ਵੀਂ 11ਵੀਂ 12ਵੀਂ ਜਮਾਤ ਵਾਸਤੇ ਲਿਖੀਆਂ ਉਹ ਫਾਈਨੈਸਟ ਵੱਡੇ ਤੋਂ ਵੱਡੇ ਸਕੋਲਰਾਂ ਨੇ ਲਿਖੀਆਂ ਹੋਈਆਂ, ਬਿਲਕੁਲ ਨਿਰਪੱਖ ਹੋ ਕੇ ਲਿਖੀਆਂ ਹੋਈਆਂ। ਲੇਕਿਨ ਜਦੋਂ ਦੀ ਇਹ ਗਵਰਨਮੈਂਟ ਆਈ ਹੈਗੀ ਹੈ ਨਵੀਂ, ਇਹ ਮੂਲੋਂ ਹੀ ਸਾਰੇ ਕੁਝ ਨੂੰ ਚੇਂਜ ਕਰਨਾ ਚਾਹ ਰਹੀ ਹੈਗੀ ਹੈ। ਇਹਨਾਂ ਦੀ ਸੋਚ ਧਾਰਮਿਕ ਕੱਟੜਤਾ ਵਾਲੀ ਸੋਚ ਤੁਹਾਨੂੰ ਪਤਾ ਹੀ ਹੈਗਾ ਜਿਸ ਤਰ੍ਹਾਂ ਦੀ ਇਹ ਹੈਗੀ ਹੈ। ਤਾਂ ਇਹਨਾਂ ਦੇ ਵਿੱਚ ਜੋ ਪੁਰਾਣੇ ਇਤਿਹਾਸਕਾਰ ਦੇਖੋ ਉਹਨਾਂ ਦੇ ਨਾਂ ਜਿਵੇਂ ਰੋਮਲਾ ਥਾਪਰ ਹੈ, ਇਰਫਾਨ ਹਬੀਬ ਹੈ, ਬਿਪਨ ਚੰਦਰ ਨੇ, ਉਹਨਾਂ ਦਾ ਜਿਹੜਾ ਕੰਮ ਹੈ ਉਹਨੂੰ ਦੁਨੀਆ ਜਾਣਦੀ ਹੈ, ਦੁਨੀਆ ਪੱਧਰ ਦੇ ਉੱਤੇ ਜੋ ਸਾਰੇ ਕੰਮ ਦੀ ਮਾਨਤਾ ਹੈ। ਪਰ ਜਿਹਨਾਂ ਨੂੰ ਇਤਿਹਾਸਕਾਰ ਦੇ ਨਾਂ ਦੇ ਉੱਤੇ ਇਹ ਖੜੇ ਕਰਾਈ ਹੈ BJP ਜਾਂ RSS, ਉਹਨਾਂ ਨੂੰ ਕੋਈ ਲੋਕਲ ਪੱਧਰ ਤੇ ਵੀ ਨਹੀਂ ਜਾਣਦਾ। ਉਹ ਆਪ ਦਾ ਉੱਲੂ ਸਿੱਧਾ ਕਰਨ ਵਾਸਤੇ ਜੋ ਮਰਜ਼ੀ, ਜਿਨ੍ਹਾਂ ਦੀ ਆਪ ਦੇ ਵਿਸ਼ੇ ਨਾਲ ਕਨਵਿਕਸ਼ਨ ਹੀ ਨਹੀਂ ਹੈਗੀ, ਉਹ ਇਹੋ ਜਿਹੇ ਲੋਕਾਂ ਤੋਂ ਤੁਸੀਂ ਥੋੜਾ ਮੋਟਾ ਬੁਰਕੀ ਸਿੱਟ ਕੇ ਜੋ ਮਰਜ਼ੀ ਲਿਖਵਾ ਲਓ, ਉਹਨਾਂ ਨੂੰ ਆਪ ਨੂੰ ਕੋਈ ਨਹੀਂ ਫਰਕ ਪੈਂਦਾ ਹੈ ਨਾ। ਕਿਉਂਕਿ ਮੈਂ ਪਿੱਛੇ ਵੇਖਿਆ ਇਹਨਾਂ ਨੇ ਇੱਕ ਫੇਕ ਜਿਹਾ ਉਹ ਬਣਾਇਆ ਪ੍ਰੋਜੈਕਟ ਸਰਸਵਤੀ ਦਰਿਆ, ਜਿਹੜਾ ਜਿਹਨੂੰ ਆਪਾਂ ਸਿੰਧ ਦਰਿਆ ਦੀ ਉਹ ਪਹਿਲੇ ਕਹਿੰਦੇ ਆ ਨਾ ਸਭਿਅਤਾ, ਉਹ ਇਹਨਾਂ ਨੇ ਵੀ ਨਹੀਂ ਉਹ ਸਿੰਧ ਦਰਿਆ ਦਾ ਨਹੀਂ, ਉਹ ਸਰਸਵਤੀ ਦਰਿਆ ਦਾ ਹੈ। ਔਰ ਉਸ ਦੇ ਨਾਂ ਦੇ ਉੱਤੇ ਜਿਹੜੇ ਆਪ ਦੇ ਬੰਦੇ ਆ ਉਹਨਾਂ ਨੂੰ ਇਹਨਾਂ ਨੇ ਕਰੋੜਾਂ ਰੁਪਈਆਂ ਦੀਆਂ ਗ੍ਰਾਂਟਾਂ ਦਿੱਤੀਆਂ। 2 ਕਰੋੜ ਦੀ ਤਾਂ ਇੱਕ ਬੰਦੇ ਨੂੰ ਦਿੱਤੀ ਹੈ ਇਹਨਾਂ ਨੇ ਵੀ ਹਾਂ ਉਹ ਸਰਸਵਤੀ ਬਾਰੇ ਖੋਜ ਕਰ, ਜਿਹਦੇ ਬਾਰੇ ਕੁਛ ਨਹੀਂ ਨਿਕਲਣਾ। ਸੋ ਇਸ ਤਰ੍ਹਾਂ ਦਾ ਯਤਨ ਹੈਗਾ ਜਿਹੜਾ ਉਹ ਪਹਿਲੀ ਵਾਰ ਇਹਨਾਂ ਦੇ ਵੱਲੋਂ ਹੀ ਸ਼ੁਰੂ ਹੋਇਆ। ਇਹਨਾਂ ਨੇ ਇਤਿਹਾਸ ਨੂੰ ਹਿੰਦੂ ਧਰਮ ਦੇ ਵਿੱਚ ਜਿਵੇਂ ਭਗਵਾਂ ਕਰਨ, ਜਿਸ ਨੂੰ ਅਸੀਂ ਕਹਿੰਦੇ ਸੈਫਰਨਾਈਜੇਸ਼ਨ, ਉਹ ਸ਼ੁਰੂ ਇਹਨਾਂ ਨੇ ਕੀਤਾ। ਤੇ 17 ਫਰਵਰੀ 2021 ਦੇ ਦਿਨ ਪ੍ਰਧਾਨ ਮੰਤਰੀ ਨੇ ਗੋਲ-ਮੋਲ ਸ਼ਬਦਾਂ 'ਚ ਬਕਾਇਦਾ ਐਲਾਨ ਵੀ ਕੀਤਾ ਕਿ ਅਸੀਂ ਇਸ ਨੂੰ ਇਤਿਹਾਸ ਜਿਹੜਾ ਪਹਿਲੇ ਲਿਖਿਆ ਉਹ ਠੀਕ ਨਹੀਂ ਲਿਖਿਆ ਹੋਇਆ ਤੇ ਅਸੀਂ ਇਹਨੂੰ ਨਵੇਂ ਸਿਰੇ ਤੋਂ ਮੁੜ ਲਿਖਾਂਗੇ। ਇਹਦੇ 'ਚ ਇਹਨਾਂ ਨੇ 12 ਮੈਂਬਰਾਂ ਦੀ ਇੱਕ ਕਮੇਟੀ ਚੁੱਪ ਚੁਪੀਤੇ ਬਣਾਈ ਹੈ, ਕਿਸੇ ਨੂੰ ਉਹ ਨਹੀਂ ਕੀਤਾ ਸ਼ੋਅ, ਤੇ ਉਹਦੀ ਸਥਾਪਨਾ ਕਰਤੀ। ਉਹਦਾ ਮੁੱਖ ਮੰਤਵ ਇਹਨਾਂ ਨੇ ਉਹਨੂੰ ਇਹ ਲਿਖ ਕੇ ਦਿੱਤਾ ਹੈ ਕਿ ਤੁਸੀਂ ਇਹ ਲੱਭਣਾ ਹੈਗਾ ਕਿ ਜਿਹੜੇ ਇੱਥੋਂ ਦੇ ਇਹ 2 ਚੀਜ਼ਾਂ ਤੇ ਮੇਨ ਇਹਨਾਂ ਦੀ ਪ੍ਰੋਬਲਮ ਆਉਂਦੀ ਹੈ ਇਹਨਾਂ ਨੂੰ। ਸਭ ਤੋਂ ਪਹਿਲੀ ਤਾਂ ਆਉਂਦੀ ਹੈ ਜਿਹੜੀ ਆਰੀਅਨਸ ਦੀ ਥਿਊਰੀ, ਜੋ ਹੁਣ ਤੱਕ ਮੰਨਿਆ ਜਾਂਦਾ ਉਹ ਲਗਭਗ ਸਹੀ ਹੈਗਾ ਕਿ ਆਰੀਅਨਸ ਭਾਰਤ ਦੇ ਵਿੱਚ ਮੱਧ ਏਸ਼ੀਆ ਤੋਂ ਆਏ ਹੈ।
ਮੱਧ ਏਸ਼ੀਆ ਜਿਹੜਾ ਹੁਣ ਸਮਰਕੰਦ, ਉਜ਼ਬੈਕਿਸਤਾਨ, ਇਹ ਏਰੀਆ ਜਿਹੜਾ ਹੈਗਾ ਇੱਥੋਂ ਆਏ ਆ, ਇੱਥੋਂ ਹੀ ਇਹ ਸਾਰੀ ਬਾਕੀ ਦੁਨੀਆ ਦੇ ਵਿੱਚ ਫੈਲੇ ਆ। ਔਰ ਇਹ ਬਿਲਕੁਲ ਐਸਟੈਬਲਿਸ਼ਡ ਬੇਸ ਉਹ ਤੇ ਹੈ, ਲਿੰਗੁਇਸਟਿਕ ਬੇਸ ਤੇ ਜਾਂ ਹੋਰ ਇਸ ਤੇ ਬਹੁਤ ਆਧਾਰ ਹੈ ਜਿਨ੍ਹਾਂ ਦੇ ਉੱਤੇ ਇਹ ਕੀਤੀ ਹੋਈ ਹੈ। ਲੇਕਿਨ ਇਹਨਾਂ ਨੂੰ ਬੀਜੇਪੀ ਨੂੰ ਤੇ ਆਰਐਸਐਸ ਨੂੰ ਇਸ ਥਿਊਰੀ ਨੂੰ ਮੰਨਣ ਵਿੱਚ ਦਿੱਕਤ ਆਉਂਦੀ ਹੈ। ਉਹ ਦਿੱਕਤ ਕੀ ਆਉਂਦੀ ਹੈ ਕਿ ਇਹ ਮੁਸਲਮਾਨਾਂ ਨੂੰ ਸ਼ੋਅ ਕਰਦੇ ਆ ਕਿ ਇਹ ਬਾਹਰੋਂ ਆਏ ਹੋਏ ਹਮਲਾਵਰ ਹੈ। ਜੇ ਆਪਾਂ ਉਸ ਸੈਂਸ ਦੇ ਵਿੱਚ ਵੇਖੀਏ ਫਿਰ ਭਾਈ ਸਾਰੇ ਹੀ ਬਾਹਰੋਂ ਆਏ ਹੋਏ ਆ। ਜਿਹੜਾ ਪਹਿਲੇ ਈਵਨ ਜਿਹੜੇ ਹੜੱਪਾ ਜਿਹੜੇ ਦਰਾਵਿੜਨ ਹੈਗੇ ਆ, ਦਰਾਵਿੜਨ ਵੀ ਬਾਹਰੋਂ ਆਏ ਹੋਏ ਆ, ਜਿਨ੍ਹਾਂ ਦਾ ਸਬੂਤ ਉਹਨਾਂ ਦੀ ਭਾਸ਼ਾ ਦਾ ਹੈਗਾ। ਅਸੀਂ ਦਰਾਵਿੜਨ ਭਾਸ਼ਾ ਵੈਸੇ ਤਾਂ ਆਪਾਂ ਦੇਖਦੇ ਹਾਂ ਸਾਊਥ ਇੰਡੀਆ ਦੇ ਵਿੱਚ ਹੀ ਹੈਗੀ ਹੈ, ਲੇਕਿਨ ਉਹਨਾਂ ਦੀਆਂ 1-2 ਪਾਕਟਸ ਹਾਲੇ ਵੀ ਪਾਕਿਸਤਾਨ 'ਚ ਵੀ ਹੈਗੀਆਂ ਨੇ। ਤਾਂ ਇਹ ਉਧਰਲੇ ਪਾਸਿਓਂ ਆਉਂਦੇ ਸੀ, ਕੁਝ ਲੋਕ ਰਹਿ ਗਏ ਜਿਹੜੇ ਗਾਹਾਂ ਨਹੀਂ ਚੱਲੇ। ਉਹਨਾਂ ਦੀ ਜਿਹੜੀ ਲੈਂਗੁਏਜ ਹੈ ਬਰੂਹੀ, ਉਹ ਦਰਾਵਿੜਨ ਦੇ ਬਿਲਕੁਲ ਨੇੜੇ ਹੈ, ਬਿਲਕੁਲ ਉਸੇ ਤਰ੍ਹਾਂ ਦੀ ਸਟਰਕਚਰ, ਉਹੀ ਸਾਰਾ ਕੁਝ ਹੈ। ਫਿਰ ਸੈਕੰਡਲੀ ਜਿਹੜੀਆਂ ਆਪਣੀਆਂ ਇੰਡੋ ਆਰੀਅਨ ਗਰੁੱਪ ਆਫ ਲੈਂਗੁਏਜਿਸ ਹੈ, ਇਹ ਬਿਲਕੁਲ ਇਹਨਾਂ ਦੀ ਸਮਾਨਤਾ ਹੈਗੀ ਹੈ। ਜੋ ਸੰਸਕ੍ਰਿਤ ਹੈ, ਬੇਸਿਕਲੀ ਸੰਸਕ੍ਰਿਤ ਤੇ ਫਾਰਸੀ ਲਗਭਗ ਉਹਨਾਂ ਦੀ ਇੱਕੋ ਜਿਹੀ ਸਟਰਕਚਰ ਹੈ, ਤੇ ਜਿਹੜੀਆਂ ਯੂਰੋਪੀਅਨ ਭਾਸ਼ਾਵਾਂ ਨੇ ਉਹ ਵੀ ਇਹਨਾਂ ਵਿੱਚੋਂ ਹੀ ਨਿਕਲੀਆਂ। ਤਾਂ ਉਸ ਤੋਂ ਇਹ ਬਿਲਕੁਲ ਪ੍ਰੂਵ ਹੁੰਦਾ ਹੈ ਕਿ ਇਹ ਸਾਰੇ ਲੋਕ ਮੱਧ ਏਸ਼ੀਆ ਤੋਂ ਆਏ ਹੋਏ ਹੈ। ਲੇਕਿਨ ਇਹ ਥਿਊਰੀ ਬੀਜੇਪੀ ਤੇ ਆਰਐਸਐਸ ਨੂੰ ਪਚਦੀ ਨਹੀਂ, ਕਿਉਂਕਿ ਜੇ ਉਹ ਇਹ ਮੰਨ ਲੈਣ ਕਿ ਹਾਂ ਇਹ ਵੀ ਬਾਹਰੋਂ ਆਏ ਹੈ, ਫਿਰ ਮੁਸਲਮਾਨਾਂ ਨੂੰ ਕਿਵੇਂ ਬਦਨਾਮ ਕਰੀਏ। ਇਹ ਸਿਰਫ ਉਹਨਾਂ ਨੂੰ ਕਹਿ ਕੇ ਵੀ ਇਹ ਬਾਹਰੋਂ ਹਮਲਾਵਰ ਆਏ ਹੋਏ ਆ, ਅਸੀਂ ਇੱਥੋਂ ਦੇ ਓਰੀਜਨਲ ਰਹਿਣ ਵਾਲੇ ਆ। ਆਪਦੇ ਸਕੋਲਰਾਂ ਨੂੰ ਇਹ ਕਿਹਾ ਹੈਗਾ, ਜੋ ਵੀ ਇਹਨਾਂ ਦੇ ਸਕੋਲਰ ਤੱਕੀ ਉਹਨਾਂ ਨੂੰ ਕਹੀਏ, ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਕਿਸੇ ਤਰ੍ਹਾਂ ਦਾ ਨਾ ਇਸ ਤਰ੍ਹਾਂ ਦੇ ਸਬੂਤ ਬਣਾ ਲਓ ਜਾਂ ਘੜ ਲਓ ਵੀ ਆਪਾਂ ਇਹ ਸ਼ੋਅ ਕਰੀਏ ਕਿ ਨਹੀਂ ਜਿਹੜੇ ਹਿੰਦੂ ਹੈ ਇਹ ਤਾਂ ਹਜ਼ਾਰਾਂ ਸਾਲਾਂ ਤੋਂ ਇੱਥੋਂ ਦੇ ਹੀ ਮੂਲ ਨਿਵਾਸੀ ਹੈ, ਬਾਕੀ ਜਿਹੜੇ ਹੈਗੇ ਆ ਉਹ ਬਾਅਦ ਚ ਆਏ ਆ। ਤਾਂ ਉਸ ਹਿਸਾਬ ਵਾਸਤੇ ਇਹ ਸਬੂਤ ਆ ਪਿੱਛੇ ਤੋਂ ਆਣ ਵੀ ਲੱਗ ਪਏ ਇਹਨਾਂ ਦੇ ਵੀ ਆ ਅਸੀਂ ਫਲਾਣੀ ਖੋਜ ਕਰਵਾਈ ਹੈ, ਇਹ ਕਰਾਈ ਹੈ, ਜਦ ਕਿ ਦੁਨੀਆ 'ਚ ਕੋਈ ਨਹੀਂ ਮੰਨਦਾ ਹੈ। ਉਹ ਇਹਨਾਂ ਦੇ ਆਪ ਦੇ ਹੀ ਕੁਝ ਜਿਹੜੇ ਬੰਦੇ ਹੈਗੇ ਆ ਉਹ ਮੰਨ ਲੈਂਦੇ ਆ, ਹੋਰ ਉਹਨਾਂ ਨੂੰ ਕਿਤੇ ਵੀ ਕੋਈ ਮਾਨਤਾ ਨਹੀਂ ਹੈਗੀ। ਔਰ ਇਹਨਾਂ ਨੇ ਰਾਮ ਮੰਦਿਰ ਵੇਲੇ ਵੀ ਕੀਤਾ ਸੀਗਾ, ਉੱਥੇ ਵੀ ਅਸੀਂ ਖੁਦਾਈ ਕਰਾਉਂਦੇ ਹਾਂ, ਕਿਉਂਕਿ ਇਹੋ ਜਿਹਾ ਕੋਈ ਪ੍ਰੂਫ ਨਹੀਂ ਹੈਗਾ ਕਿ ਜਿੱਥੇ ਉਹ ਬਾਬਰੀ ਮਸਜਿਦ ਸੀ ਵੀ ਪਹਿਲੇ ਉੱਥੇ ਰਾਮ ਮੰਦਿਰ ਸੀਗਾ, ਬਿਲਕੁਲ ਕੋਈ ਪ੍ਰੂਫ ਨਹੀਂ ਹੈਗਾ। ਇਹਨਾਂ ਨੇ ਚੁੱਪ ਚੁਪੀਤੇ ਐਵੇਂ ਟੋਇਆ ਜਿਹਾ ਪੱਟ ਕੇ ਕਿਤੋਂ ਹੋਰ ਲਿਆ ਕੇ ਪੱਥਰ ਦੇ ਥੰਮਲੇ ਜਿਹੇ ਸਿੱਟ ਤੇ ਵੀ ਆਹ ਵੇਖੋ ਆ ਨਿਕਲੇ ਜੀ ਆ ਪੁਰਾਣੇ ਰਾਮ ਮੰਦਿਰ ਤੇ ਹੈਗੇ ਆ। ਸੋ ਇਸ ਤਰ੍ਹਾਂ ਦੀ ਬੇਈਮਾਨੀ ਕਰਨੀ ਇਹਨਾਂ ਵਾਸਤੇ ਉਹ ਕੋਈ ਉਹ ਨਹੀਂ ਹੈ। ਤਾਂ ਇਹ ਬੇਸ ਬਣਾ ਕੇ ਸੈਕੰਡਲੀ ਇਹ ਜੋ ਇਹਨਾਂ ਦਾ ਪਰਪਸ ਹੈਗਾ ਉਹ ਇਹ ਸਿੱਧ ਕਰਨਾ ਚਾਹੁੰਦੇ ਹਨ, ਉਹਨੂੰ ਇਹ ਕਿਹਾ ਕਿ ਜਿਹੜੇ ਆਪਣੇ ਮਿਥਿਹਾਸ ਹੈ ਰਾਮਾਇਣ ਮਹਾਭਾਰਤ ਜਾਂ ਹੋਰ, ਤੁਸੀਂ ਕਿਸੇ ਤਰ੍ਹਾਂ ਇਹ ਸਿੱਧ ਕਰੋ ਕਿ ਇਹ ਮਿਥਿਹਾਸ ਨਹੀਂ ਹੈ, ਇਹ ਇਤਿਹਾਸ ਨੇ। ਇਤਿਹਾਸ ਤੇ ਮਿਥਿਹਾਸ ਦੇ ਵਿੱਚ ਫਰਕ ਹੁੰਦਾ ਹੈ। ਇਤਿਹਾਸ ਦੇ ਵਿੱਚ ਅਸੀਂ ਉਹੀ ਗੱਲ ਕਹਿ ਸਕਦੇ ਹਾਂ ਜਿਹੜੀ ਅਸੀਂ ਪ੍ਰੂਵ ਕਰ ਸਕਦੇ ਹਾਂ, ਜੋ ਮਨੁੱਖ ਕਰ ਸਕਦਾ ਹੈ। ਮਿਥਿਹਾਸ ਵਿੱਚ ਜਾਂ ਤਾਂ ਬਿਲਕੁਲ ਕਾਲਪਨਿਕ ਵੀ ਹੋ ਸਕਦਾ ਹੈ, ਤੇ ਸੈਕੰਡਲੀ ਜਾਂ ਥੋੜੇ ਮੋਟੇ ਰੂਪ ਦੇ ਵਿੱਚ ਘਟਨਾ ਵਾਪਰੀ ਹੋਵੇ, ਉਸ ਨੂੰ ਵਧਾ ਅਸੀਂ ਉਸ ਨੂੰ ਐਗਜ਼ੈਜਰੇਸ਼ਨ ਦੇ ਵਿੱਚ ਫਿਰ ਉਹ ਮਿਥਿਹਾਸ ਹੋ ਜਾਂਦਾ। ਜੇ ਮੈਂ ਮੇਨ ਉਦਾਹਰਨ ਦੇਣੀ ਚਾਹਾਂ ਤੁਹਾਨੂੰ ਤਾਂ ਰਾਮਾਇਣ ਮਹਾਭਾਰਤ ਦੀ ਹੈ। ਰਾਮਾਇਣ ਦਾ ਜਿਨ੍ਹਾਂ ਨੇ ਵੀ ਖੋਜ ਕੀਤੀ ਹੈ, ਜੋ ਸਾਇੰਟਿਫਿਕ ਖੋਜ ਕੀਤੀ ਹੈ, ਉਹਨਾਂ ਦਾ ਇਹ ਹੈ ਕਿ ਪਹਿਲੀ ਗੱਲ ਤਾਂ ਇਹ ਜਿਹੜੀਆਂ ਘਟਨਾਵਾਂ ਨੇ ਦੋਨੇ ਮੂਲ ਰੂਪ 'ਚ ਕਿਤੇ ਵਾਪਰੀਆਂ ਹੋਣਗੀਆਂ, ਛੋਟੇ ਰੂਪ 'ਚ ਰਾਮਾਇਣ, ਤੇ ਇਹ 800 BC ਦੇ ਆਸੇ-ਪਾਸੇ ਦੀਆਂ, ਮਤਲਬ ਹੁਣ ਤੋਂ 2800 ਸਾਲ ਪਹਿਲੇ ਦੀਆਂ। ਵੇਦਾਂ 'ਚ ਇਹਨਾਂ ਦਾ ਕਿਤੇ ਜ਼ਿਕਰ ਨਹੀਂ ਆਉਂਦਾ, ਨਾ ਰਾਮਾਇਣ ਦਾ ਨਾ ਮਹਾਭਾਰਤ ਦਾ। ਰਿਗਵੇਦ ਦਾ ਤਕਰੀਬਨ 3000 ਸਾਲ ਪੁਰਾਣਾ ਹੈ। ਤਾਂ ਇਹ ਉਸ ਤੋਂ ਬਾਅਦ ਬੁੱਧ ਤੋਂ ਪਹਿਲੇ ਤੇ ਵੇਦਾਂ ਤੋਂ ਬਾਅਦ ਉਸ ਪੀਰੀਅਡ ਦੌਰਾਨ ਇਹ ਘਟਨਾਵਾਂ ਕਿਤੇ ਨਾ ਕਿਤੇ ਛੋਟੇ ਮੋਟੇ ਰੂਪ ਦੇ ਵਿੱਚ ਵਾਪਰੀਆਂ ਇਸ ਰੂਪ ਦੇ ਵਿੱਚ ਹੈ। ਆਰੀਅਨਸ ਬਾਹਰੋਂ ਆ ਰਹੇ ਹੈ, ਉਹ ਲੋਕ ਖੇਤੀ ਕਰਨ ਵਾਲੇ ਲੋਕ ਹੈ। ਇੱਥੇ ਪਹਿਲੇ ਜੰਗਲ ਨੇ, ਤੇ ਉਹ ਖੇਤੀ ਵਾਲੇ ਜਿਹੜੇ ਨੇ ਉਹ ਜੰਗਲ ਨੂੰ ਕੱਟਦੇ ਆ, ਜੰਗਲ ਕੱਟ ਕੇ ਜ਼ਮੀਨ ਨੂੰ ਖੇਤੀਯੋਗ ਬਣਾਉਂਦੇ ਆ ਤੇ ਉੱਤੇ ਫਸਲ ਉਗਾਉਂਦੇ ਨੇ। ਲੇਕਿਨ ਜੋ ਇੱਥੇ ਲੋਕ ਪਹਿਲੇ ਰਹਿ ਰਹੇ ਆ, ਟਰਾਈਬਲ ਲੋਕ ਜਾਂ ਹੋਰ, ਉਹਨਾਂ ਦਾ ਜਿਹੜੀ ਜੀਵਨ ਸ਼ੈਲੀ ਹੈ ਉਹ ਜੰਗਲਾਂ ਵਾਲੀ ਹੈ। ਤਾਂ ਇਹਨਾਂ ਦੋਹਾਂ ਦਾ ਜਿਹੜਾ ਕਨਫਲਿਕਟ ਹੈ ਉਹ ਹੋਣਾ ਹੀ ਹੋਣਾ ਹੈਗਾ। ਰਾਮ ਮੰਨ ਲਓ ਤੁਸੀਂ ਉਸ ਗਰੁੱਪ ਦਾ ਹੈਗਾ ਵੀ ਜੋ ਜੰਗਲ ਸਾਫ਼ ਕਰਕੇ ਖੇਤੀ ਵਾਲਿਆਂ 'ਚ ਲਿਆਂਦੇ ਆ। ਰਾਵਣ ਇੱਕ ਕਬੀਲਾ ਇੱਥੇ ਸੀਗਾ, ਗੌਂਡ ਕਬੀਲਾ ਹਾਲੇ ਵੀ ਹੈਗਾ ਉਹ, ਤਾਂ ਉਹ ਉਸ ਕਬੀਲੇ ਦਾ ਲੀਡਰ ਬਣਦਾ ਹੈ। ਤੇ ਇਹਨਾਂ ਦਾ ਆਪਸੀ ਛੋਟਾ ਮੋਟਾ ਕੋਈ ਝਗੜਾ ਉਹ ਹੋਇਆ, ਜਿਸ ਨੂੰ ਕਵੀਆਂ ਨੇ ਫਿਰ ਵਧਾ ਕਿਉਂਕਿ ਇਹ
1000 ਸਾਲ ਤਾਂ ਇਹ ਸਾਰੀ ਜਿਹੜੀ ਕਹਾਣੀ ਸੀਗੀ ਔਰਲ ਚੱਲਦੀ ਰਹੀ, ਮੂੰਹ ਜ਼ਬਾਨੀ, ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ, ਅਗਲੀ ਉਹਦੇ ਵਿੱਚ ਇਹ ਹੁੰਦਾ ਮੂੰਹ ਜ਼ਬਾਨੀ ਵਾਲੀ ਵਿੱਚ ਪੁਸਤਕ। ਇੱਕ ਤਾਂ ਜਿਹੜਾ ਸੁਣਾਉਣ ਵਾਲਾ ਉਹਦੇ ਦੋ ਪਰਪਸ ਨੇ, ਲੋਕਾਂ ਦਾ ਮਨੋਰੰਜਨ ਕਰਨਾ ਨਾ, ਤੇ ਉਹ ਫਿਰ ਐਸੇ ਹਿਸਾਬ ਨਾਲ ਉਹ ਬਣਾ ਦਿੰਦਾ ਉਹਨੂੰ ਹੋਰ ਥੋੜੀ ਜਿਹੀ ਐਗਜ਼ੈਜਰੇਸ਼ਨ। ਹੁਣ ਜੇ ਤਾਂ ਸਿੱਧੀ ਕਵਿਤਾ ਆਪਾਂ ਲਈਏ ਤਾਂ ਇਹ ਇੰਨੀ ਕੁ ਗੱਲ ਨਿਬੜ ਗਈ ਵੀ ਰਮਾਇਣ ਆ ਹੈ, ਲੇਕਿਨ ਜੇ ਉਹ ਤੇ ਐਡਾ ਗ੍ਰੰਥ ਲਿਖਣਾ ਹੈ ਫਿਰ ਤੁਹਾਨੂੰ ਉਹਦੇ ਚ ਉਹ ਹੋਰ ਗੱਲਾਂ ਪਾ ਕੇ, ਜਿਵੇਂ ਜੇ ਆਪਾਂ ਤੁਹਾਨੂੰ ਮੈਂ ਇੱਕ ਪੈਰਲਲ ਉਦਾਹਰਨ ਦਿਆਂ ਤਾਂ ਹੀਰ ਰਾਂਝੇ ਦੀ ਹੈ। ਤੁਸੀਂ ਵਾਰਸ ਦੀ ਹੀਰ ਪੜ੍ਹੀ ਹੈ ਤਾਂ ਉਹ ਵਾਰਸ ਜਾਂ ਹੋਰ ਪਹਿਲੇ ਵੀ ਜੋ ਦਮੋਦਰ ਨੇ ਲਿਖੀ ਹੈ ਉਹ ਐਂ ਲਿਖਦੇ ਵੀ ਜਿਵੇਂ ਅਸੀਂ ਨਾਲ ਕਰਦੇ ਸੀ ਨਾ, ਬਈ ਅੱਜ ਹੀਰ ਨੇ ਐ ਕਰਤਾ, ਉਹਨੇ ਰਾਂਝੇ ਨੇ ਇਉਂ ਕਰਤਾ, ਉਹਨੇ ਉਹ ਕਰਤਾ। ਇਹ ਘਟਨਾ ਹਾਲਾਂਕਿ ਇਹ ਲੋਧੀ ਪੀਰੀਅਡ ਦੀ ਹੈ, ਜੇ ਮਤਲਬ 300-400 ਸਾਲ ਪਹਿਲੇ ਦੀ, ਲੇਕਿਨ ਕਵੀ ਦਾ ਜਿਹੜਾ ਪਰਪਸ ਹੈ ਬੇਸਿਕਲੀ ਉਹ ਆਪਣੀ ਕਵਿਤਾ ਨੂੰ ਚਮਕਾਉਣਾ ਹੈ। ਹੁਣ ਜੇ ਐਂ ਹੀ ਲਿਖਦੇ ਵੀ ਬਸ ਠੀਕ ਹੈ ਵੀ ਇੱਕ ਉਹਨਾਂ ਦੀ ਕੁੜੀ ਸੀ, ਇੱਕ ਮੁੰਡਾ ਸੀਗਾ, ਉਹ ਚਲੋ ਭੱਜ ਗਏ, ਕੈਦੋਂ ਦਾ ਮਾਮਾ ਸੀਗਾ, ਇਹ ਤਾਂ ਗੱਲ ਇੱਕ ਸਮੇਂ ਤੇ ਨਿਬੜ ਗਈ ਨਾ। ਜਦੋਂ ਤੁਸੀਂ ਉਹਦੇ ਉੱਤੇ ਕਵਿਤਾ ਲਿਖਣੀ ਹੈ ਉਹ ਹਰ ਚੀਜ਼ ਨੂੰ ਤੁਸੀਂ ਹੋਰ ਸਜਾ ਕੇ 3 ਸਫ਼ਿਆਂ 'ਚ ਤਾਂ ਉਹ ਹੀਰ ਦੀ ਤਾਰੀਫ ਹੀ ਕਰੀ ਜਾਊ, ਠੀਕ ਹੈ, ਹੀਰ ਦਾ ਇਉਂ ਹੈ, ਵਾਲ ਇਉਂ ਹੈ, ਚਾਲ ਇਉਂ ਹੈ, ਫਲਾਣਾ। ਤਾਂ ਉਹ ਬੇਸਿਕਲੀ ਇਹ ਪੀਸ ਆਫ ਲਿਟਰੇਚਰ ਨੇ। ਉਵੇਂ ਹੀ ਰਮਾਇਣ ਤੇ ਮਹਾਭਾਰਤ ਵੀ ਮੂਲ ਰੂਪ ਵਿੱਚ ਪੀਸ ਆਫ ਲਿਟਰੇਚਰ ਨੇ, ਜਿਨ੍ਹਾਂ ਨੂੰ ਗਾਹਾਂ ਉਹ ਛੋਟੀ ਜਿਹੀ ਕਹਾਣੀ ਨੂੰ ਲੈ ਕੇ ਗਾਹਾਂ ਉਹਨਾਂ ਨੇ ਫਿਰ ਵਿੱਚ ਉਹਨਾਂ ਨੇ ਸਮਾਜਿਕ ਕਦਰਾਂ ਕੀਮਤਾਂ ਪਾ ਦਿੰਦੇ ਆ ਵੀ ਲੋਕ ਕੀ ਚਾਹੁੰਦੇ ਆ, ਨਾ, ਉਹ ਕੀਮਤਾਂ ਉਹਨਾਂ ਨੇ ਵਿੱਚ ਪਾ ਕੇ ਉਹ ਫਿਰ ਲੋਕਾਂ ਨੂੰ ਚੰਗੀ ਲੱਗਦੀ ਹੈ। ਜਿਵੇਂ ਹੁਣ ਉਹਨਾਂ ਨੇ ਉਹ ਐਗਜ਼ਾਮਪਲ ਰਮਾਇਣ ਨੂੰ ਇਹ ਬਣਾਤਾ ਵੀ ਪੁੱਤ ਨੂੰ ਕਿਹੋ ਜਿਹਾ ਹੋਣਾ ਚਾਹੀਦਾ। ਆਮ ਲੋਕਾਂ ਦੇ ਦਿਮਾਗ 'ਚ ਇਹੀ ਸੀ ਨਾ, ਹੁਣ ਤਾਂ ਮੇਰੇ ਖਿਆਲ ਥੋੜੀ ਜਿਹੀ ਘੱਟ ਹੈ ਕਿ ਪੁੱਤ ਨੂੰ ਪਿਓ ਦਾ ਆਗਿਆਕਾਰੀ ਹੋਣਾ ਚਾਹੀਦਾ। ਪਿਓ ਨੇ ਕਹਿਤਾ ਵੀ ਚੱਲ ਜੰਗਲ ਨੂੰ, ਉੱਠ ਕੇ ਤੁਰ ਪਿਆ। ਹਾਲਾਂਕਿ ਹੁਣ ਆਪਾਂ ਅੱਜ ਦੀ ਘੜੀ ਆਪਾਂ ਸੋਚ ਸਕਦੇ ਹਾਂ ਕਿ ਜ਼ਰੂਰੀ ਨਹੀਂ ਹੈ ਕਿ ਪਿਓ ਠੀਕ ਹੋਵੇ ਨਾ। ਹੁਣ ਜੇ ਤੁਹਾਨੂੰ ਵੀ ਕੋਈ ਜੇ ਕਵੇ ਪਿਓ ਤਾਂ ਤੁਸੀਂ ਇਹ ਦੇਖੋਗੇ ਵੀ ਇਹ ਗੱਲ ਸਹੀ ਵੀ ਹੈ ਕਿ ਐਵੇਂ ਹੀ ਹੈ, ਵੀ ਐਵੇਂ ਕਹਿਤਾ ਤਾਂ ਇਹਦਾ ਮਤਲਬ ਐਸਾ ਇਹਨੂੰ ਉੱਠ ਕੇ ਤੁਰ ਪਾ, ਸਮਝੇ ਨਾ। ਲੇਕਿਨ ਉਸ ਟਾਈਮ ਦੇ ਵਿੱਚ ਜਿਹੜੀ ਸੋਸ਼ਲ ਵੈਲਿਊ, ਸੁਸਾਇਟੀ ਦੀਆਂ ਵੈਲਿਊਜ਼ ਇਹ ਸੀਗੀਆਂ ਕਿ ਪੁੱਤ ਨੂੰ ਪਿਓ ਦਾ ਆਗਿਆਕਾਰੀ ਹੋਣਾ ਚਾਹੀਦਾ ਹੈ। ਪਤੀ ਚੱਲਿਆ ਤਾਂ ਪਤੀ ਵੀ ਉੱਠ ਗਏ, ਪਤਨੀ ਵੀ ਉਹਦੇ ਨਾਲ ਉੱਠ ਕੇ ਤੁਰ ਗਈ। ਤਾਂ ਇਹ ਉਹਨਾਂ ਦੀ ਕਲਪਨਾ ਸੀ ਕਿ ਐ ਹੋਣਾ ਚਾਹੀਦਾ। ਲੇਕਿਨ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਹੁਣ ਚੇਂਜ ਹੋ ਗਈਆਂ। ਇਸੇ ਤਰ੍ਹਾਂ ਹੀ ਮਹਾਭਾਰਤ ਹੈ। ਮਹਾਭਾਰਤ ਵੀ ਚਾਚੇ ਤਾਏ ਦੇ ਮੁੰਡਿਆਂ ਵਿੱਚ ਜ਼ਮੀਨ ਪਿੱਛੇ ਲੜਾਈ ਹੈ, ਠੀਕ ਹੈ ਨਾ। ਉਹਨਾਂ ਨੇ ਕੁਝ ਇਲਾਕੇ ਜਿੱਤੇ ਹੋਏ ਆ, ਉਹ ਉਹਨਾਂ ਨੂੰ ਜ਼ਮੀਨ ਮੰਗਦੇ, ਉਹ ਨਹੀਂ ਦਿੰਦੇ। ਔਰ ਦੋਹਾਂ ਦੇ ਵਿੱਚ ਇੱਕ ਫਰਕ ਇਹ ਹੈਗਾ ਕਿ ਰਮਾਇਣ ਨੂੰ ਅਸੀਂ ਆਈਡੀਅਲਾਈਜ਼ ਕੀਤਾ ਹੋਇਆ ਵੀ ਬੰਦੇ ਨੂੰ ਕੀ ਹੋਣਾ ਚਾਹੀਦਾ, ਪੁੱਤ ਕਿਹੋ ਜਿਹਾ ਹੋਵੇ, ਪਤਨੀ ਕਿਹੋ ਜਿਹੀ ਹੋਵੇ, ਪਿਓ, ਇਹ ਸਾਰਾ। ਲੇਕਿਨ ਮਹਾਭਾਰਤ ਇਹੋ ਜਿਹੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਕੋਈ। ਮਹਾਭਾਰਤ ਦਾ ਇਹ ਹੈ ਵੀ ਐ ਹੁੰਦਾ ਹੈ, ਉਹਦੇ ਚ ਕ੍ਰਿਸ਼ਨ ਵੀ ਸਾਰਾ ਕੁਛ ਕਰਦਾ ਹੈ, ਉਲਟ ਧੋਖੇ ਵੀ ਦਿੰਦਾ ਹੈ, ਹੋਰ ਵੀ ਕਰਦਾ ਹੈ, ਪਰ ਇਹੋ ਜਿਹੇ ਹੁੰਦੇ ਆ। ਔਰ ਨਾਲੇ ਜੋ ਕ੍ਰਿਸ਼ਨ ਹੈਗਾ ਆਪਣੇ ਜੋ ਫੋਕ ਕਲਚਰ ਵਿੱਚ ਚੱਲਦਾ ਹੈ, ਉਹ ਤੁਸੀਂ ਜੇ ਮਿਲਾ ਕੇ ਵੇਖੋ ਤਾਂ ਅੱਧਾ ਤੇ ਕ੍ਰਿਸ਼ਨ ਤਾਂ ਰਾਂਝਾ ਹੀ ਹੈ। ਉਹ ਗਈਆਂ ਚਾਰਦਾ, ਉਹ ਮੱਝਾਂ ਚਾਰਦਾ, ਉਹ ਵੰਝੜੀ ਵਜਾਉਂਦਾ, ਉਹ ਬੰਸਰੀ ਵਜਾਉਂਦਾ, ਉਹ ਉਹਨਾਂ ਮਗਰ ਫਿਰਦਾ ਹੈ, ਇਹਨਾਂ ਮਗਰ। ਇਹ ਹੈਗਾ ਕਿ ਜਿਹੜੇ ਪਸ਼ੂ ਪਾਲਕ ਲੋਕ ਹੈ ਨਾ, ਜਿਹੜੇ ਲੋਕ ਪਸ਼ੂ ਪਾਲਦੇ ਆ, ਉਹਨਾਂ ਦਾ ਲੋਕ ਨਾਇਕ ਇਹੋ ਜਿਹਾ ਹੀ ਹੁੰਦਾ ਨਾ। ਉਹ ਕ੍ਰਿਸ਼ਨ ਵਰਗਾ ਹੀ ਆ, ਰਾਂਝੇ ਵਰਗਾ ਹੀ ਹੁੰਦਾ ਹੈਗਾ। ਤਾਂ ਅੱਧਾ ਹੋਰ ਪਾਤਰ ਰਲਾ ਮਿਲਾ ਕੇ ਜਿਹੜਾ ਹੈਗਾ ਕ੍ਰਿਸ਼ਨ ਬਣ ਜਾਂਦਾ ਹੈਗਾ। ਤਾਂ ਬਾਕੀ ਜਿਹੜੇ ਕਵੀਆਂ ਦੀ ਆਪਦੀ ਹੈਗੀ ਆ ਉਹਨੂੰ ਵਿੱਚ ਫਿਰ ਕਿਸੇ ਨੇ ਸੋਚਿਆ ਹੋਵੇਗਾ, ਕਿਸੇ ਫਿਲਾਸਫਰ ਨੇ ਵੀ ਲਾਈਫ ਐ ਹੋਣੀ ਚਾਹੀਦੀ ਹੈ, ਉਹਨਾਂ ਨੇ ਉਹ ਗੀਤਾ ਵਾਲਾ ਗਿਆਨ ਕ੍ਰਿਸ਼ਨ ਦੇ ਮੂੰਹ ਚ ਪਾਤਾ ਬਈ ਨਹੀਂ ਐ ਹੋਣਾ ਚਾਹੀਦਾ ਹੈਗਾ, ਕਰਮ ਕਰੋ, ਫਲ ਦੀ ਇੱਛਾ ਨਾ ਰੱਖੋ, ਜੋ ਵੀ ਚਲੋ ਉਹਨਾਂ ਦਾ ਫਲਸਫਾ ਜੋ ਵੀ ਸੀਗਾ। ਤਾਂ ਇਹ ਘਟਨਾਵਾਂ ਮਿਥਿਹਾਸਕ ਨੇ। ਹਨੂਮਾਨ ਉੱਡ ਜਾਂਦਾ ਹੈ, ਪਹਾੜ ਲੈ ਕੇ ਆ ਗਿਆ, ਉਹਨਾਂ ਨੇ ਇਹ ਕਰਦਾ, ਇਹ ਮਿਥਿਹਾਸ ਹੈ। ਲਾਈਫ ਦੇ ਵਿੱਚ ਏਦਾਂ ਦਾ ਕਦੀ ਵੀ ਪੋਸੀਬਲ ਨਹੀਂ ਹੈਗਾ, ਕੋਈ ਬੰਦਾ ਨਹੀਂ ਉੱਡ ਸਕਦਾ, ਕੋਈ ਕੁਝ ਨਹੀਂ ਕਰ ਸਕਦਾ, ਲੇਕਿਨ ਮਿਥਿਹਾਸ 'ਚ ਸਭ ਕੁਝ ਪੋਸੀਬਲ ਹੈਗਾ। ਤਾਂ ਜੇ ਰਮਾਇਣ ਕੱਲੀ ਉਹੀ ਰਹਿੰਦੀ, ਵਾਲਮੀਕੀ ਨੇ ਜੋ ਰਮਾਇਣ ਲਿਖੀ ਹੈ ਉਹ ਗੁਪਤ ਪੀਰੀਅਡ 'ਚ ਲਿਖੀ ਹੈ, ਤਕਰੀਬਨ ਮਤਲਬ ਚੌਥੀ ਸਦੀ ਦੇ ਆਸੇ ਪਾਸੇ ਉਹਨੇ ਸੰਸਕ੍ਰਿਤ 'ਚ ਲਿਖਤੀ। ਤਾਂ ਲੇਕਿਨ ਥੋੜੇ ਜਿਹੇ ਟਾਈਮ ਮਗਰੋਂ 100-200 ਸਾਲ ਬਾਅਦ ਸੰਸਕ੍ਰਿਤ ਭਾਸ਼ਾ ਡੈਡ ਹੋ ਗਈ, ਹੈ ਨਾ। ਉਹ ਸਮਾਜ ਦੀ ਭਾਸ਼ਾ ਉਵੇਂ ਬੋਲ ਚੱਲਦੀ ਆ, ਹੋਰ ਕਿਸੇ ਤਰ੍ਹਾਂ ਦੀ ਭਾਸ਼ਾ ਨਹੀਂ ਰਹੀ। ਤਾਂ ਜੇ ਇਹ ਉਵੇਂ ਹੀ ਰਹਿੰਦੀ ਤਾਂ ਹੋ ਸਕਦਾ ਹੈ ਰਮਾਇਣ ਦੀ ਉਨੀ ਪ੍ਰਸਿੱਧੀ ਨਾ ਹੁੰਦੀ।
ਜਿੰਨੀ ਕਿ ਬਾਅਦ ਦੇ ਵਿੱਚ ਅਕਬਰ ਦੇ ਵੇਲੇ ਤੁਲਸੀਦਾਸ ਨੇ ਉਹਨੂੰ ਹੋਰ ਸਿੰਪਲ ਭਾਸ਼ਾ ਆਮ ਜੋ ਲੋਕਾਂ ਦੀ ਸੀਗੀ ਉਹਦੇ ਵਿੱਚ ਉਹਨੇ ਕਰਤਾ, ਤਾਂ ਉਹ ਲੋਕਾਂ ਦੇ ਵਿੱਚ ਜਿਹੜੀ ਹੈਗੀ ਹੈ ਹੋਰ ਜ਼ਿਆਦਾ ਫੈਲ ਗਈ। ਲੇਕਿਨ ਬੇਸਿਕਲੀ ਇਹਨੇ ਥੋੜਾ ਮੋਟਾ ਹੋਰ ਚੇਂਜ ਕਰਤਾ। ਜੋ ਪਹਿਲੇ ਵਾਲਮੀਕੀ ਦਾ ਰਾਮ ਹੈ ਉਹ ਫਿਰ ਵੀ ਥੋੜਾ ਜਿਹਾ ਹੀ ਹੈ ਵੀ ਬੰਦੇ ਜੋ ਹੁੰਦੇ ਨਹੀਂ ਹੋ ਸਕਦਾ। ਜੋ ਤੁਲਸੀਦਾਸ ਨੇ ਬਣਾਤਾ ਉਹ ਉਹਨੇ ਹਿੰਦੀ ਫਿਲਮਾਂ ਦਾ ਹੀਰੋ ਬਣਾਤਾ, ਜਿਹਦੇ ਚ ਗੁਣ ਹੀ ਗੁਣ ਹੈ ਉਮਰ ਕੋਈ ਵੀ ਨਹੀਂ। ਆਪਾਂ ਫਿਲਮਾਂ ਵੇਖਦੇ ਆ, ਇਹ ਜੋ ਸਾਡੀ ਫਿਲਮਾਂ ਦਾ ਆਮ ਪਪੂਲਰ ਫਿਲਮਾਂ ਦਾ ਹੀਰੋ ਹੈ ਨਾ, ਇਹ ਰਾਮ ਉੱਤੇ ਹੀ ਮਾਡਲ ਕੀਤਾ ਹੋਇਆ। ਉਹ ਸੋਹਣਾ ਵੀ ਸਭ ਤੋਂ ਹੈ, ਉਹ 20 ਜਣਿਆਂ ਨੂੰ ਕੁੱਟ ਵੀ ਦਿੰਦਾ ਹੈ, ਉਹਦੀ ਆਵਾਜ਼ ਵੀ ਸਭ ਤੋਂ ਸੋਹਣੀ ਹੈ, ਕੁੜੀਆਂ ਵੀ ਉਹ ਤੇ ਭਰਦੀਆਂ, ਇਹ ਸਾਰਾ ਉਵੇਂ ਹੈਗਾ ਹੈ ਨਾ। ਤਾਂ ਸਾਡੇ ਦਿਮਾਗ 'ਚ ਕਿਉਂਕਿ ਉਹ ਇਮੇਜ ਬੈਠੀ ਹੋਈ ਹੈ ਵੀ ਇਹੋ ਜਿਹਾ ਹੀਰੋ ਚਾਹੀਦਾ ਹੈ। ਇੱਕ ਵਾਰੀ ਮੈਂ ਵੈਸੇ ਕਹਿੰਦੇ ਅਮਿਤਾਭ ਬੱਚਨ ਦੀ ਇੱਕ ਫਿਲਮ ਆਈ ਸ਼ੁਰੂ 'ਚ, ਤਾਂ ਉਹਦੇ 'ਚ ਅਮਿਤਾਭ ਬੱਚਨ ਗਲੀ 'ਚੋਂ ਜਾਂਦਾ ਤੇ ਬਦਮਾਸ਼ ਨੂੰ ਥੱਪੜ ਮਾਰ ਦਿੰਦੇ ਤੇ ਚੁੱਪ ਕਰਕੇ ਚਲਾ ਜਾਂਦਾ। ਲੋਕੀ ਦੇਖਿਆ ਨਹੀਂ, ਲੋਕੀ ਉੱਠ ਕੇ ਚਾਹ ਪੀਣ ਆਏ, ਸਾਡੇ ਯਾਰ ਇਹ ਕੀ ਸਵਾਦ ਆ ਹੀਰੋ ਹੋਇਆ ਜਿਹੜਾ ਥੱਪੜ ਖਾ ਕੇ ਬਾਹਰ ਆ ਗਿਆ। ਸਾਡੇ ਦਿਮਾਗ ਦੇ ਵਿੱਚ ਉਹ ਰਾਮ ਬੈਠਾ ਹੋਇਆ ਵੀ ਹੀਰੋ ਨੂੰ ਤਾਂ ਉਹੋ ਜਿਹਾ ਹੋਣਾ ਚਾਹੀਦਾ ਹੈ, ਔਰ ਅਖੀਰ ਦੇ ਵਿੱਚ ਅਖੀਰ ਤੱਕ ਅਸੀਂ ਹੀਰੋ ਨੂੰ ਉਦਾਂ ਦਾ ਬਣਾ। ਤਾਂ ਇਹ ਐਕਚੁਅਲੀ ਜਿਹੜੀਆਂ ਰਾਮਾਇਣ ਤੇ ਮਹਾਭਾਰਤ ਨੇ ਉਹ ਇਸ ਤਰ੍ਹਾਂ ਦੀਆਂ ਉਹ ਰਚਨਾਵਾਂ ਹੈਗੀਆਂ ਨੇ, ਨਾ ਕਿ ਇਹ ਇਤਿਹਾਸ ਹੈ। ਲੇਕਿਨ ਇਹ ਸਿੱਧ ਕਰਨ ਦੇ ਉੱਤੇ ਲੱਗੇ ਹੋਏ, ਇਹਨਾਂ ਨੇ ਕਿਹਾ ਉਹਨਾਂ ਨੂੰ ਆਪਣੇ ਬੰਦਿਆਂ ਨੂੰ ਵੀ ਤੁਸੀਂ ਐ ਸਿੱਧ ਕਰੋ ਕਿ ਇਹ ਇਤਿਹਾਸ ਹੈ। ਵੀ ਜਿਹੜਾ ਰਾਮ ਜੀ ਉੱਥੇ ਆਇਆ ਸੀ ਵੀ ਲੰਕਾ ਤੋਂ ਕਹਿੰਦੇ ਉਹ ਵਿਮਾਨ ਦੇ ਉੱਤੇ ਆਇਆ, ਉਹ ਵਿਮਾਨ ਹੋਰ ਕੁਛ ਨਹੀਂ ਉਗਾਈ ਜਾਂਦੇ ਸੀ, ਅਸੀਂ ਉਗਾਈ ਜਾਂਦੀ ਖੋਜ ਉਦੋਂ ਕਰ ਲਈ ਸੀਗੀ। ਜਿਹੜੀ ਇਹਨਾਂ ਨੇ ਮਹਾਭਾਰਤ ਦੇ ਯੁੱਧ ਦੇ ਵਿੱਚ ਤੀਰ ਚਲਾਏ, ਅਗਨੀ ਬਾਣ ਤੇ ਹੋਰ ਉਹ ਮਿਸਾਈਲਾਂ ਸੀਗੀਆਂ। ਸੋ ਇਹ ਇਸ ਤਰ੍ਹਾਂ ਦੀ ਬਕਵਾਸ ਮਤਲਬ ਇਹਦੇ ਵਿੱਚ ਵਿਦਿਆ ਸਿੱਖਿਆ ਦੇ ਨਾਂ ਦੇ ਉੱਤੇ ਦੇਣੀ ਚਾਹੁੰਦੇ ਆ। ਤਾਂ ਇੱਕ ਵਾਰੀ ਸੋਚ ਲਓ ਕਿ ਜਦੋਂ ਸਾਡੇ ਬੱਚੇ ਆਹ ਕੁਝ ਪੜ੍ਹਨਗੇ ਤਾਂ ਉਹ ਕਿੰਨਾ ਕੁ ਦਿਮਾਗ ਰੋਸ਼ਨ ਹੋਏਗਾ ਉਹਨਾਂ ਦਾ। ਤੁਸੀਂ ਇੱਕ ਤਾਂ ਮੈਨੂੰ ਐਂ ਨਹੀਂ ਸਮਝ ਲੱਗਦੀ ਵੀ ਤੁਸੀਂ ਗਲਤ ਪੜ੍ਹਾ ਕੇ ਕਿਸੇ ਨੂੰ ਤੁਹਾਨੂੰ ਕੀ ਸੈਟੀਸਫੈਕਸ਼ਨ ਹੈ ਨਾ। ਹੁਣ ਆਪਾਂ ਆਮ ਤੁਸੀਂ ਜੋ ਫੇਸਬੁੱਕ ਵਗੈਰਾ ਤੇ ਆ ਹੋ ਰਿਹਾ ਸੋਸ਼ਲ ਮੀਡੀਆ ਤੇ ਹੈ, ਤੁਸੀਂ ਵੇਖਦੇ ਆ ਕਿ ਸਾਰੇ ਆਪਦੇ ਧਰਮਾਂ ਬਾਰੇ ਗੱਪ ਮਾਰੀ ਜਾਂਦੇ ਆ। ਪਿੱਛੇ ਇੱਕ ਕਹਿੰਦਾ ਸੀ ਗੁਰੂ ਗ੍ਰੰਥ ਸਾਹਿਬ ਦਾ ਨਾਸਾ ਦੇ ਪ੍ਰਕਾਸ਼ ਕੀਤਾ ਹੋਇਆ, ਉਹ ਫਿਰ ਵੇਦਾਂ ਵਾਲੇ ਜਿਹੜਾ ਘੱਟ ਸੀ ਉਹਨਾਂ ਨੇ ਆਪ ਕਹਿੰਦਾ ਸਾਡਾ ਵੀ ਕੀਤਾ ਹੋਇਆ। ਇਹ ਹਰ ਇੱਕ ਪੁਰਾਣਾ ਜੋਕ ਚੱਲਦਾ, ਕਹਿੰਦਾ ਕਿਤੇ ਹਿੰਦੂ ਕਿਤੇ ਪੱਟਦੇ ਪੁੱਟਦੇ ਹੋਣੇ ਕੁਛ, ਤਾਂ ਇੱਕ ਤਾਰ ਦਾ ਐਡਾ ਟੋਟਾ ਜਿਹਾ ਨਿਕਲਿਆ ਆ ਤੇ ਉਹ ਉਹਨਾਂ ਨੇ ਡਿਕਲੇਅਰ ਕਰਦਾ ਕਹਿੰਦਾ ਵੇਖੋ ਆਹ ਤਾਰ ਦਾ ਟੋਟਾ ਨਿਕਲਿਆ ਤੇ ਸਾਡੇ ਟੈਲੀਗ੍ਰਾਫੀ ਸਿਸਟਮ ਸੀਗਾ ਪੁਰਾਣੇ ਟਾਈਮਾਂ ਦੇ ਵਿੱਚ। ਉਹ ਕਹਿੰਦਾ ਉਹਨਾਂ ਦੀ ਰਿਸੇ ਮੁਸਲਮਾਨਾਂ ਨੇ ਵੀ ਆਪਦੀ ਮਸੀਤ ਜਿਹੜੇ ਖੁਦਾਈ ਸ਼ੁਰੂ ਕਰ ਲਈ, ਖੁਦਾਈ ਦਾ ਕੁਝ ਵੀ ਨਹੀਂ ਨਿਕਲਿਆ। ਉਹ ਕਹਿੰਦਾ ਦੇਖ ਲਓ ਸਾਡੇ ਵਾਇਰਲੈਸ ਸਿਸਟਮ ਸੀ, ਤਾਰ ਦੀ ਲੋੜ ਹੀ ਨਹੀਂ ਸੀ। ਸੋ ਇਹ ਚੀਜ਼ਾਂ ਤੁਸੀਂ ਉਹ ਕਿਸੇ ਐਪ ਕੋਲ ਤੇ ਜਾਂ ਲੇਕਿਨ ਬੱਚਿਆਂ ਨੂੰ ਪੜਾਉਣ ਵਾਸਤੇ ਤੁਸੀਂ ਉਹਨਾਂ ਨੂੰ ਮਿਸਗਾਈਡ ਨਹੀਂ ਕਰੋਗੇ। ਨਾਲੇ ਇਹ ਚੀਜ਼ਾਂ ਤੁਹਾਡੇ ਬੱਚੇ ਦਾ ਪੜ੍ਹ ਲੈਣਗੇ ਐਮਏ ਤੱਕ, ਚੱਲ ਮੰਨ ਲਓ ਉਹਨਾਂ ਨੇ ਪੜ੍ਹ ਲਿਆ, ਦੂਸਰੀ ਦੁਨੀਆ ਦਾ ਨਹੀਂ ਮੰਨਣਾ ਹੈ। ਹੁਣ ਜਿਹੜੀ ਸਾਰੀ ਦੁਨੀਆ ਇੰਟਰਕਨੈਕਟਿਡ ਹੈ। ਜਦੋਂ ਇੱਥੋਂ ਦਾ ਪੜਿਆ ਵਾ ਜਾ ਕੇ ਬਾਹਰ ਕਿਤੇ ਕਹੂਗਾ ਵੀ ਸਾਡੇ ਦਾ ਐ ਸੀਗਾ ਤਾਂ ਫਿਰ ਉਹ ਹਾਸੇ ਦਾ ਪਾਤਰ ਹੀ ਬਣੂਗਾ ਵੀ ਤੂੰ ਜਾ ਫਿਰ ਉੱਥੇ। ਸੋ ਇਹ ਇਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਇਹ ਮਿਸਗਾਈਡ ਸਾਰਾ ਕੁਝ ਕਰਨਾ ਚਾਹੁੰਦੇ ਹੈਗੇ ਆ। ਤਾਂ ਅੱਛਾ ਇਹ ਯਤਨ ਪਹਿਲੇ ਵੀ ਕੀਤਾ ਸੀ ਲੇਕਿਨ ਥੋੜੇ ਜਿਹੇ ਫਰਕ ਨਾਲ ਸੀਗਾ। ਇਹ ਇੱਕ ਕੇ 1938 ਦੇ ਵਿੱਚ ਡਾਕਟਰ ਕੇ.ਐਮ. ਮੁਨਸ਼ੀ ਸੀ, ਉਸਨੇ ਸਿਵਿਕ ਇੰਡੀਆ ਦੇ ਇਤਿਹਾਸ ਨੂੰ ਦੁਬਾਰਾ ਲਿਖਵਾਉਣਾ ਹੈ। 11 ਜਿਲਦਾਂ ਚੋਂ ਨੇ ਉਹ ਇਤਿਹਾਸ ਲਿਖਵਾਇਆ। ਆਰ.ਸੀ. ਮਜ਼ੂਮਦਾਰ ਇਤਿਹਾਸਕਾਰ ਸੀ ਜਿਹਦੀ ਐਡੀਟਰਸ਼ਿਪ ਦੇ ਵਿੱਚ ਉਹਨਾਂ ਨੇ ਕਨੇਡੇ ਕੋ ਸਾਰੇ ਇਤਿਹਾਸ ਲਿਖਾਏ। ਪਰ ਉਹਦੇ ਵਿੱਚ ਜੋ ਉਹਦਾ ਪੋਜ਼ਿਟਿਵ ਪੱਖ ਜਿਹਾ ਥੋੜਾ ਜਿਹਾ ਸੀ ਨਾ, ਉਹ ਦੂਸਰੇ ਧਰਮਾਂ ਜਾਂ ਦੂਸਰੇ ਬਾਹਰਲੇ ਲੋਕਾਂ ਦਾ ਪ੍ਰਭਾਵ ਮੰਨਦਾ ਹੈ ਕਿ ਇਹ ਹੁੰਦਾ ਹੈ। ਜੋ ਇਸਲਾਮ ਆ ਜੋ ਮੁਸਲਮ ਆ ਗਏ ਜਾਂ ਹੋਰ ਪਹਿਲੇ ਆਉਂਦੇ ਰਹੇ, ਠੀਕ ਹੈ, ਇੱਥੇ ਆ ਕੇ ਮਿਕਸ ਹੋ ਜਾਂਦੇ ਸੀ। ਮਿਕਸ ਹੋ ਕੇ ਕੁਝ ਉਹਨਾਂ ਦਾ ਪ੍ਰਭਾਵ, ਕੁਝ ਉਹ ਇੱਥੋਂ ਵਾਲੇ ਪ੍ਰਭਾਵ ਨੂੰ ਗ੍ਰਹਿਣ ਕਰਦੇ ਸੀ ਤੇ ਜਿਹੜੀ ਸਾਡੀ ਸੁਸਾਇਟੀ ਹੈਗੀ ਹੈ ਇਹ ਚੱਲਦੀ ਰਹਿੰਦੀ ਹੈ। ਸਾਡਾ ਸੱਭਿਆਚਾਰ ਹੈ ਜਿਹੜਾ ਉਹ ਬਦਲਦਾ ਰਹਿੰਦਾ ਹੈ, ਲੋੜਾਂ ਮੁਤਾਬਕ ਵੀ ਬਦਲਦਾ ਰਹਿੰਦਾ ਹੈ। ਜੋ ਨਵੇਂ ਲੋਕ ਆਉਂਦੇ ਹੈਗੇ ਆ ਉਹਨਾਂ ਦਾ ਵੀ ਕੁਝ ਐਕਸੈਪਟ ਕਰ ਲੈਂਦੇ ਆ, ਕੁਝ ਨੂੰ ਅਸੀਂ ਰਿਜੈਕਟ ਕਰ ਦਿੰਦੇ ਆ। ਤਾਂ ਇਸ ਤਰ੍ਹਾਂ ਨਾਲ ਉਹ ਸਾਰਾ ਚੇਂਜ ਹੁੰਦਾ ਰਹਿੰਦਾ। ਤੇ ਉਹ ਇਹ ਮੰਨਦਾ ਸੀ, ਉਹ ਉਸਦੀ ਹਿਸਟਰੀ ਲਿਖੀ ਵੀ ਬੀਜੇਪੀ ਆਰਐਸਐਸ ਨੂੰ ਫਿੱਟ ਨਹੀਂ ਆ ਰਹੀ ਵੀ ਉਹ ਤਾਂ ਮੰਨਦਾ ਨਹੀਂ। ਇਹ ਫਿਰ ਮਤਲਬ ਬਿਲਕੁਲ ਹੀ ਉਦੋਂ ਉਲਟ ਚਲਾਉਂਦੇ ਨੇ। ਤਾਂ ਆਮ ਆਪਾਂ ਇਹ ਤਾਂ ਕਹਿੰਦੇ ਆ ਵੀ ਬੰਦੇ ਨੂੰ ਜ਼ਿੰਦਗੀ 'ਚ ਦੋਸਤਾਂ ਦੀ ਲੋੜ ਹੁੰਦੀ ਹੈ, ਪਰ ਇਹ ਤੋਂ ਉਲਟ ਵੀ ਹੈਗਾ। ਬੰਦਿਆਂ ਨੂੰ, ਕੌਮਾਂ ਨੂੰ ਤੇ ਦੇਸ਼ਾਂ ਨੂੰ
ਦੁਸ਼ਮਣ ਵੀ ਚਾਹੀਦੇ ਹੈ ਨਾ। ਬਹੁਤਾ ਅਸੀਂ ਤੁਸੀਂ ਦੇਖ ਲਓ ਕਿਸੇ ਧਰਮ ਦਾ ਪ੍ਰਚਾਰ ਆਪ ਦੀ ਪੋਜ਼ਿਟਿਵ ਉਹ ਘੱਟ ਕਰਦੇ ਆ, ਦੂਜੇ ਨੂੰ ਵਿਲਨ ਬਣਾ ਕੇ ਵੱਧ ਕਰਦੇ ਆ। ਔਰ ਉਹ ਇਸ ਹੁਣ ਦੇ ਹਾਲਾਤ ਦੇ ਵਿੱਚ ਜੋ ਇੰਡੀਅਨ ਹਿਸਟਰੀ ਦੇ ਵਿੱਚ ਉਹ ਵਿਲਨ ਹੈਗੇ ਨੇ ਮੁਸਲਮਾਨ। ਠੀਕ ਹੈ, ਲੋਕਾਂ ਦੇ ਦਿਮਾਗਾਂ ਦੇ ਵਿੱਚ ਮੁਸਲਮਾਨਾਂ ਦੇ ਪ੍ਰਤੀ ਬਹੁਤ ਕੁਝ ਬੜਿਆ ਹੋਇਆ, ਉਹ ਇਹ ਕਿਉਂ ਹੁੰਦੇ ਆ, ਬਹੁਤ ਮੈਂ ਕੁਝ ਗੱਲਾਂ ਤੁਹਾਡੇ ਨਾਲ ਕਲੀਅਰ ਕਰੂੰਗਾ ਤੇ ਲੇਕਿਨ ਉਹ ਸੱਚ ਨਹੀਂ ਹੈਗੀ। ਜੋ ਮੇਰਾ ਤਾਂ ਮੰਨਣਾ ਇਹੋ ਹੀ ਹੈਗਾ ਕਿ ਹਰ ਧਰਮ, ਹਰ ਕੌਮ, ਹਰ ਦੇਸ਼ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਆ, ਚੰਗੇ ਵੀ ਹੁੰਦੇ ਆ, ਮਾੜੇ ਵੀ ਹੁੰਦੇ ਆ, ਸਾਧ ਵੀ ਹੁੰਦੇ ਆ, ਚੋਰ ਵੀ ਹੁੰਦੇ ਆ, ਇਮਾਨਦਾਰ ਵੀ ਹੁੰਦੇ ਆ, ਬੇਈਮਾਨ ਵੀ ਹੁੰਦੇ ਆ, ਯੋਧੇ ਵੀ ਹੁੰਦੇ ਆ, ਡਰਪੋਕ ਵੀ ਹੁੰਦੇ ਆ। ਇਹ ਸਾਰੇ ਕਿਸੇ ਵੀ ਕਮਿਊਨਿਟੀ ਨੂੰ ਅਸੀਂ ਇਹ ਲੇਬਲ ਨਹੀਂ ਕਰ ਸਕਦੇ ਵੀ ਇਹ ਤਾਂ ਸਾਰੇ ਇਮਾਨਦਾਰ ਹੈ, ਇਹ ਸਾਰੇ ਦੇਵਤੇ ਹੈ ਜਾਂ ਇਹ ਸਾਰੇ ਬਦਮਾਸ਼ ਨੇ। ਏਦਾਂ ਕੋਈ ਕਮਿਊਨਿਟੀ ਹੈ ਨਹੀਂ। ਔਰ ਜਿਸ ਤਰ੍ਹਾਂ ਦੇ ਹੁਣ ਦੁਨੀਆ ਦਾ ਇਸ ਵੇਲੇ ਮੇਰਾ ਖਿਆਲ ਕੋਈ ਵੀ ਦੇਸ਼ ਜਾਂ ਕੋਈ ਵੀ ਥਾਂ ਨਹੀਂ ਜਿੱਥੇ ਇੱਕੋ ਸੱਭਿਆਚਾਰ ਜਾਂ ਇੱਕੋ ਧਰਮ ਜਾਂ ਉਸ ਤਰ੍ਹਾਂ ਦੇ ਲੋਕ ਰਹਿੰਦੇ ਹੋਣ। ਹਰ ਥਾਂ ਦੇ ਉੱਤੇ ਮਿਕਸਡ ਹੈਗੇ ਆ, ਆਉਂਦੇ ਨੇ ਇੱਥੇ ਆ ਕੇ, ਮੰਨ ਲਓ ਇੱਥੇ ਆ ਕੇ ਮੈਰਿਜਾਂ ਕਰ ਲੀਆਂ। ਜਦੋਂ ਮੈਰਿਜਸ ਹੋਣਾ ਤਾਂ ਨਹੀਂ ਵੀ ਉਹ ਕੋਈ ਲੇਡੀਜ਼ ਉੱਥੋਂ ਨਾਲ ਲੈ ਕੇ ਆਏ ਸੀ, ਇੱਥੋਂ ਦੇ ਲੋਕਲ ਮੈਰਿਜਸ ਕਰ ਲੀਆਂ, ਉਹਨਾਂ ਦੇ ਜੋ ਬੱਚੇ ਆ ਮਿਕਸ। ਇਸ ਕਰਕੇ ਇਹ ਕਲੇਮ ਕਰਨਾ ਕਿ ਅਸੀਂ ਤਾਂ ਸ਼ੁੱਧ ਆਰੀਅਨ ਹੈ ਜਾਂ ਉਹ ਹੈ, ਬਿਲਕੁਲ ਕੋਈ ਨਹੀਂ ਹੈਗਾ। ਸਾਰਾ ਹੀ ਜਿਹੜਾ ਹੈਗਾ ਇਹ ਮਿਕਸਡ ਕੰਮ। ਔਰ ਹੁਣ ਤਾਂ ਮੇਰੇ ਖਿਆਲ ਹੌਲੇ ਹੌਲੇ ਟਾਈਮ ਦੇ ਨਾਲ ਇਹ ਚੀਜ਼ ਹੋਰ ਜ਼ਿਆਦਾ ਖੁੱਲ ਰਹੀ ਹੈਗੀ ਹੈ। ਤੇ ਜਿਸ ਤਰ੍ਹਾਂ ਇਤਿਹਾਸ ਚੱਲਦਾ ਹੈ ਨਾ, ਇਹਦੇ ਵਿੱਚ ਇਹ ਲੋਕ ਜਿਹੜੇ ਨੇ ਇਹਨਾਂ ਦੇ ਧਰਮ ਦੀ ਐਨਕ ਲੱਗੀ ਹੋਈ ਹੈ। ਇਹ ਸਾਰੇ ਫੈਨੋਮੇਨੇ ਨੂੰ ਧਰਮ ਦੇ ਰੂਪ ਵਿੱਚ ਵੇਖਦੇ ਵੀ ਧਰਮਾਂ ਦੀ ਲੜਾਈ ਹੈ। ਆਪਾਂ ਖਾਸ ਕਰਕੇ ਜੋ ਪੰਜਾਬ ਦਾ ਇਤਿਹਾਸ ਵੀ ਪੜ੍ਹਦੇ ਹਾਂ ਉਹਦੇ ਚ ਮੈਂ ਤਾਂ ਪੜ੍ਹਾਇਆ ਹੈਗਾ, ਮੈਂ 45 ਸਾਲ ਮੈਂ ਟੀਚਰ ਰਿਹਾ, ਤੇ ਉਹ ਮੈਨੂੰ ਵੇਖ ਕੇ ਐਂ ਹੀ ਲੱਗਦਾ ਵੀ ਜੋ ਪੰਜਾਬ ਦਾ ਇਤਿਹਾਸ, ਨਾ ਤਾਂ ਅਸੀਂ ਪੰਜਾਬ ਦਾ ਇਤਿਹਾਸ ਰੱਖਿਆ ਹੋਇਆ, ਲੇਕਿਨ ਉਹਨਾਂ ਵਿੱਚ ਅਸੀਂ ਇੰਨੀਆਂ ਇੰਨੀਆਂ ਛੋਟੀਆਂ ਛੋਟੀਆਂ ਘਟਨਾਵਾਂ ਨੂੰ ਉਹ ਪੜ੍ਹ ਕੇ ਐਂ ਹੀ ਲੱਗਦਾ ਵੀ ਇਹਦਾ ਮਤਲਬ ਇਤਿਹਾਸ ਧਰਮਾਂ ਦੀ ਲੜਾਈ ਹੁੰਦੀ ਹੈ, ਜਿਹਦੇ ਚ ਮੁਸਲਮਾਨ ਲੋਕਾਂ ਨੂੰ ਮੁਸਲਮਾਨ ਬਣਾਉਂਦੇ ਫਿਰਦੇ ਰਹਿੰਦੇ ਸੀਗੇ, ਇੱਥੋਂ ਵਾਲੇ ਅੜੀ ਜਾਂਦੇ ਸੀ ਵੀ ਅਸੀਂ ਮੁਸਲਮਾਨ ਨਹੀਂ ਬਣਨਾ, ਉਹ ਸ਼ਹੀਦ ਕਰ ਦਿੰਦੇ ਸੀ। ਨਹੀਂ, ਇਤਿਹਾਸ ਦੇ ਵਿੱਚ ਧਰਮ ਇੱਕ ਛੋਟਾ ਮੋਟਾ ਫੈਕਟਰ ਹੈਗਾ, ਟੋਟਲੀ ਉਸ ਨੂੰ ਧਰਮ ਡਿਸਾਈਡ ਨਹੀਂ ਕਰਦਾ। ਇਤਿਹਾਸ ਨੂੰ ਹੋਰ ਮਟੀਰੀਅਲ ਫੈਕਟਰ ਨੇ ਜਿਹੜੇ ਕਿ ਡਿਸਾਈਡ ਕਰਦੇ ਆ ਕਿ ਉਹ ਕਿਵੇਂ ਚੱਲਦਾ। ਤਾਂ ਇੱਥੇ ਜੋ ਆਪਣੇ ਖੇਡ ਚਲਾਈ ਹੈਗੀ ਹੈ, ਇਹ ਮੁਸਲਮਾਨਾਂ ਨੂੰ ਬਦਨਾਮ ਕਰਨ ਦੇ ਵਾਸਤੇ, ਇਹ ਬਿਲਕੁਲ ਜੇ ਤੁਸੀਂ ਹੁਣ ਦੇ ਪੀਰੀਅਡ ਤੇ ਨਿਗਾਹ ਮਾਰੋ, ਇਹ ਤੇ ਜਰਮਨੀ ਦੀ ਹਿਸਟਰੀ ਪੜ੍ਹੋ ਤੁਸੀਂ, ਸੈਕੰਡ ਵਰਲਡ ਵਾਰ ਵੇਲੇ ਦੀ, ਬਿਲਕੁਲ ਉਹੀ ਹੈ। ਇੱਥੇ ਉਹਨਾਂ ਮੁਸਲਮਾਨ ਨੇ ਉਹ ਤੇ ਉਹਨਾਂ ਨੇ ਉੱਥੇ ਕੀਤੇ ਸੀ ਯਹੂਦੀ। ਉਹਨਾਂ ਨੇ ਹਰ ਚੀਜ਼ ਜੋ ਮਾੜੀ ਚੀਜ਼ ਹੈ ਉਹ ਯਹੂਦੀਆਂ ਤੇ ਸਿੱਟਦੀ ਵੀ ਅਸੀਂ ਪਹਿਲੇ ਵਰਲਡ ਵਾਰ ਚ ਹਾਰੇ ਸੀ ਯਹੂਦੀਆਂ ਕਰਕੇ, ਯਹੂਦੀ ਇਹੋ ਜਿਹੇ, ਯਹੂਦੀਆਂ ਨੇ ਸਾਨੂੰ ਨੁਕਸਾਨ ਪਹੁੰਚਾਇਆ। ਔਰ ਉਹਦਾ ਰਿਜ਼ਲਟ ਕੀ ਹੋਇਆ ਕਿ ਉਹ ਕੱਲੀ ਵਰਲਡ ਵਾਰ ਸੈਕੰਡ ਦੇ ਦੌਰਾਨ 60 ਲੱਖ ਯਹੂਦੀ ਮਾਰੇ। ਉਹ ਕਹਿੰਦਾ ਸੀ ਅਸੀਂ ਆਰੀਅਨ ਕੌਮ, ਅਸੀਂ ਉੱਚੀ ਕੌਮ ਹੈ, ਯਹੂਦੀ ਇਹ ਨੀਵੇਂ ਹੈ। ਔਰ ਨੀਵਿਆਂ ਦਾ ਜਿਹਨਾਂ ਨੂੰ ਉਹ ਨੀਵੇਂ ਜਾਂ ਮਾੜੀ ਕੌਮ ਕਹਿੰਦਾ ਸੀ, ਉਸ ਕੌਮ ਦਾ ਹਾਲ ਇਹ ਹੈਗਾ ਕਿ ਅੱਜ ਤੱਕ ਤੁਸੀਂ, ਤੁਹਾਨੂੰ ਪਤਾ ਹੈ ਹਰ ਫੀਲਡ 'ਚ ਨੋਬਲ ਪ੍ਰਾਈਜ਼ ਮਿਲਦਾ, 6 ਨੋਬਲ ਪ੍ਰਾਈਜ਼ ਮਿਲਦੇ ਹੈਗੇ ਆ ਦੁਨੀਆ ਦੇ ਵਿੱਚ ਹਰ ਸਾਲ। ਤਾਂ ਹੁਣ ਤੱਕ ਦੁਨੀਆ ਵਿੱਚ ਤਕਰੀਬਨ 900 ਨੋਬਲ ਪ੍ਰਾਈਜ਼ ਮਿਲ ਚੁੱਕਿਆ ਹੈ, ਫਿਜ਼ਿਕਸ ਦਾ, ਮੈਡੀਸਨ ਦਾ, ਪੋਇਟਰੀ ਦਾ, ਲਿਟਰੇਚਰ ਦਾ, ਇਹ 6 ਹੁੰਦੇ ਨੇ। ਉਹ 900 ਪ੍ਰਾਈਜ਼ ਵਿੱਚੋਂ 200 ਇਕੱਲੇ ਯਹੂਦੀਆਂ ਦਾ ਹੈ, ਜਿਹਨੂੰ ਉਹ ਕਹਿੰਦਾ ਵੀ ਇਹ ਮਾੜੀ ਕੌਮ ਹੈ। ਕੋਈ ਫੀਲਡ ਉਹਨਾਂ ਨੇ ਨਹੀਂ ਛੱਡੀ। ਤੁਸੀਂ ਕਿਸੇ ਦਾ ਵੱਡੇ ਦਾ, ਕਿਸੇ ਵੀ ਖੇਤਰ ਦੇ ਵੱਡੇ ਬੰਦੇ ਦਾ ਨਾਮ ਲੈ ਲਓ, ਮਾਰਕਸ ਤੋਂ ਲੈ ਕੇ ਸਿਗਮੰਡ ਫਰਾਇਡ ਤੇ ਮਾਰਕ ਜ਼ੁਕਰਬਰਗ ਤੱਕ ਸਾਰੇ ਯਹੂਦੀ ਨੇ, ਜਿਹਨੂੰ ਉਹ ਕਹਿੰਦੇ ਕਿ ਇਹ ਮਾੜੇ ਲੋਕ ਨੇ। ਔਰ ਜਦ ਕਿ ਦੁਨੀਆ ਦੇ ਵਿੱਚ ਉਹਨਾਂ ਦੀ ਜਿਹੜੀ ਆਬਾਦੀ ਹੈ ਉਹ 0.1% ਹੈ। ਇਸ ਵੇਲੇ ਦੁਨੀਆ ਵਿੱਚ ਸਿਰਫ 1 ਕਰੋੜ 20 ਲੱਖ ਯਹੂਦੀ ਹੈ ਸਾਰੀ ਦੁਨੀਆ ਜਿਹੜੇ ਫੈਲੇ ਹੋਏ ਹੈ, ਜਿਹਨਾਂ ਤੋਂ 80 ਲੱਖ ਇਜ਼ਰਾਈਲ ਵਿੱਚ ਹੈ, ਬਾਕੀ ਅਮਰੀਕਾ ਤੇ ਹੋਰ ਕੰਟਰੀਜ਼ ਵਿੱਚ ਫੈਲੇ ਹੋਏ ਹੈ। ਤਾਂ ਲੇਕਿਨ ਸਾਰੀ ਦੁਨੀਆ ਨੂੰ ਕੰਟਰੋਲ ਹੈ ਜਿਹੜਾ ਉਹ ਕਰ ਰਹੇ ਹਰ ਫੀਲਡ ਦੇ ਵਿੱਚ। ਉਹਨਾਂ ਦਾ ਭਾਵੇਂ ਸਾਇੰਸ ਹੈ, ਭਾਵੇਂ ਹੋਰ ਕੁਝ ਹੈ। ਇਜ਼ਰਾਈਲ ਉਹਨਾਂ ਦਾ ਦੇਸ਼ ਬਣਾਇਆ, ਤਾਂ ਉਹ ਦੇਖ ਲਓ ਵੀ ਇਕੱਲਾ ਛੋਟਾ ਜਿਹਾ ਦੇਸ਼, ਉਹਦੇ ਉਲਟ 6 ਮੁਸਲਮ ਦੇਸ਼ਾਂ ਨੇ ਲੜ ਕੇ ਉੱਤੇ ਹਮਲਾ ਕਰਤਾ ਸੀ। ਔਰ ਉਹ ਹਮੇਸ਼ਾ ਇਹ ਪ੍ਰਯਤਨ ਚਾਹੁੰਦੇ ਇਹਨੂੰ ਖਤਮ ਕਰੀਏ, ਲੇਕਿਨ ਉਹ ਬਿਲਕੁਲ ਲੜ ਕੇ 6 ਦਿਨਾਂ 'ਚ 6 ਦੇ 6 ਮੁਲਕ ਹਰਾ ਦਿੱਤਾ। ਇਹ ਸਮਾਂ ਗਿਆਨ ਦਾ ਫਲ, ਜਿਹੜਾ ਗਿਆਨ ਦਾ ਸਮਾਂ, ਅਸੀਂ ਜਿਹੜੇ ਸਮਿਆਂ 'ਚ ਜੋ ਰਹੇ ਹਾਂ, ਇਹਦੇ ਵਿੱਚ ਬੁੱਧੀ ਦੀ ਲੋੜ ਹੈਗੀ ਹੈ, ਅਕਲ ਦੀ ਲੋੜ ਹੈ। ਅਸੀਂ ਹਾਲੇ ਵੀ ਉਹ ਫਿਜ਼ੀਕਲ ਤਾਕਤ ਜਾਂ ਉਸ ਨੂੰ ਅਸੀਂ ਜੋਧੇ, ਅਸੀਂ ਇਹ ਚੀਜ਼ਾਂ ਪੁਰਾਣੀਆਂ ਸੀ।
ਜਦੋਂ ਇੱਕ ਨਾਲ ਇੱਕ ਨੇ ਲੜਨਾ ਹੈ, ਘੁਲਣਾ ਹੈ, ਫਿਰ ਠੀਕ ਹੈ, ਕੱਢ ਲਈ ਜਿਹੜਾ ਤਕੜਾ ਹੈਗਾ ਭਾਈ ਉਹ ਦੂਜੇ ਨੂੰ ਆਦੂ। ਪਰ ਜਿੱਥੇ ਅਕਲ ਦੀ ਲੜਾਈ ਹੈ, ਉਹ ਫਿਰ ਇੱਕ ਬੰਦੇ ਸਾਰੇ ਕੰਟਰੋਲ ਕਰੀ ਜਾਂਦਾ, ਉਹ ਤੁਹਾਨੂੰ ਪਤਾ ਵੀ ਨਹੀਂ ਲੱਗਣ ਦਿੰਦਾ ਕਿ ਤੁਹਾਨੂੰ ਕੌਣ ਹੈ ਉਹ ਕਰ। ਸੋ ਲੇਕਿਨ ਅਸੀਂ ਕਿਉਂਕਿ ਪਤਾ ਨਹੀਂ ਕਿਉਂ ਇਸ ਤਰ੍ਹਾਂ ਦੀ ਸਾਨੂੰ ਸਿਖਾਇਆ ਜਾਂਦਾ ਹੈ ਵੀ ਬਸ ਵੀ ਇਹ ਜਿਹੜਾ ਫਿਜ਼ੀਕਲ ਸਾਨੂੰ ਉਹਦੇ ਵਿੱਚ ਹੀ ਰੱਖਿਆ ਜਾਂਦਾ ਹੈ, ਮਾਨਸਿਕ ਤੌਰ ਦੇ ਉੱਤੇ ਸਾਨੂੰ ਵਿਕਸਿਤ ਹੋਣ ਹੀ ਨਹੀਂ ਦਿੱਤਾ। ਤੇ ਜੇ ਯਹੂਦੀਆਂ ਬਾਰੇ ਮੈਂ ਸੀ ਇੱਕ ਫਿਲਮ ਹੈਗੀ, ਕਿਸੇ ਨੇ ਵੇਖਣੀ ਵੇਖ ਲਿਓ, ਤੁਹਾਨੂੰ ਪਤਾ ਲੱਗੂ ਵੀ ਯਹੂਦੀਆਂ ਨਾਲ ਕੀ ਕੀਤਾ। ਸ਼ਿੰਡਲਰਸ ਲਿਸਟ ਹੈ, ਅੰਗਰੇਜ਼ੀ ਦੀ YouTube ਦੇ ਉੱਤੇ ਫਿਲਮ ਪਈ ਹੈਗੀ ਹੈ, ਵੇਖ ਲਿਓ। ਕੁਝ ਲੋਕ ਉਹਨੂੰ ਦੁਨੀਆ ਦੀ ਜਿਹੜੀ ਬਿਹਤਰੀਨ ਫਿਲਮ ਮੰਨਦੇ ਹੈਗੇ ਆ ਵੀ ਉਨੀ ਵਧੀਆ ਫਿਲਮ ਹੋਰ ਕੋਈ ਨਹੀਂ ਬਣੀ। ਤਾਂ ਇਹ ਸਰਕਾਰ ਉਹੀ ਜੋ ਕੁਝ ਯਹੂਦੀਆਂ ਨਾਲ ਸੀਗਾ, ਇਹ ਇਹਨਾਂ ਨੇ ਮੁਸਲਮਾਨਾਂ ਨਾਲ ਸ਼ੁਰੂ ਕਰਨਾ ਸੀ। ਇਹ ਤਾਂ ਆ ਕੋਵਿਡ ਕਰੋਨਾ ਨੇ ਆ ਕੇ ਥੋੜਾ ਜਿਹਾ ਉਹ ਕਰਤਾ। ਜੇ ਇਹ ਕਿਤੇ ਕਾਮਯਾਬ ਹੋ ਜਾਂਦੇ, ਜਿਵੇਂ ਇਹਨਾਂ ਨੇ ਬਣਾਤੇ ਸੀ ਉੱਪਰਲੇ ਪਾਸੇ ਕੈਂਪ, ਇਹਨਾਂ ਦਾ ਅਗਲੇ ਸ਼ਿਕਾਰ ਹੋਣੇ ਸੀ ਈਸਾਈ। ਇਹਨਾਂ ਨੂੰ ਕਿ ਮੁਸਲਮਾਨਾਂ ਨੂੰ ਕਰਕੇ ਫਿਰ ਈਸਾਈ ਆਉਣੇ ਸੀ, ਫਿਰ ਜਿਹੜੀਆਂ ਸਾਡੀਆਂ ਦਲਿਤ ਜਮਾਤਾਂ ਨੇ ਉਹ ਆ ਜਾਣਾ ਸੀ। ਜਿਹੜਾ ਹਿੰਦੂ ਧਰਮ ਪਿਓ ਜਿਹਨੂੰ ਇਹ ਕਹਿੰਦੇ ਹੈਗੇ ਮਨੂ ਸਮ੍ਰਿਤੀ, ਉਹਦੇ ਵਿੱਚ ਤਾਂ ਫਿਰ ਇਹਨਾਂ ਦਾ ਬਹੁਤ ਬੁਰਾ ਹਾਲ ਹੈ। ਜਿਹੜੀਆਂ ਜਿਹਨਾਂ ਨੂੰ ਅਸੀਂ ਸ਼ੂਦਰ ਜਾਂ ਹੋਰ ਕਹਿੰਦੇ ਆ, ਉਹਨਾਂ ਦਾ ਬਹੁਤ ਬੁਰਾ ਹਾਲ ਹੋਣਾ ਸੀ। ਔਰ ਜੇ ਇਹਨਾਂ ਦੀ ਡੋਮੀਨੈਂਸੀ ਹੋਊ ਤਾਂ ਇਹਨਾਂ ਨੇ ਕਰ ਦੇਣਾ ਸੀ। ਇਸ ਕਰਕੇ ਇਹ ਇੱਕ ਵਾਰੀ ਤਾਂ ਇਹਨਾਂ ਨੂੰ ਹੱਲ ਪੈ। ਤੇ ਇੱਕ ਆਪਾਂ ਜੇ ਥੋੜੀ ਜਿਹੀ ਤੁਹਾਨੂੰ ਬਰੀਫਲੀ ਦੱਸਦੇ, ਮੁਸਲਮਾਨਾਂ ਪ੍ਰਤੀ ਨਾ ਆਪਣੀ ਗਿਆਨ ਜਿਹੜਾ ਆਪਣੀ ਸਮਝੋ ਜਿਹੜੀ ਪਾਪੂਲਰ ਕਿਸਮ ਜਿਹੜੀ ਹੈਗੀ ਹੈ। ਵੈਸੇ ਜੇ ਮੋਟੇ ਤੌਰ ਦੇ ਉੱਤੇ ਹਿੰਦੁਸਤਾਨ ਵਿੱਚ 1000 ਸਾਲ ਦੇ ਵਿੱਚ ਮਹਿਮੂਦ ਗਜ਼ਨੀ ਆਇਆ, ਹਮਲੇ ਕੀਤੇ ਉਹਨੇ ਪਿਓਰਲੀ। ਹਮਲੇ ਕਾਹਦੇ ਵਾਸਤੇ ਸੀ? ਲੁੱਟਣ ਵਾਸਤੇ। ਉਤੋਂ ਇਹ ਸ਼ੋਅ ਕਰ ਦਿੰਦੇ ਸੀ ਆਪਾਂ ਇਸਲਾਮ ਫਰੋਮ ਚਲਾਵਾਂਗੇ, ਧਰਮ ਫਲਾਤੀ ਹੁੰਦੇ। ਔਰ ਇਹ ਜਿਹੜੀ ਧਰਮ ਦੀ ਵਰਤੋਂ ਇਹਦੇ ਵਾਸਤੇ ਇਹ ਇਕੱਲੀ ਕੋਈ ਇਹ ਨਹੀਂ ਕਿ ਮੁਸਲਮਾਨਾਂ ਦੀ ਦੇਣ ਹੈ, ਹਿੰਦੂ ਵੀ ਆਹੀ ਕੁਝ ਕਰਦੇ ਰਹੇ ਹੈ। ਚਾਣਕਿਆ ਦਾ ਅਰਥ ਸ਼ਾਸਤਰ ਪੜ੍ਹੋ ਤੁਸੀਂ, ਉਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਹੈ ਕਿ ਰਾਜੇ ਨੇ ਜਦੋਂ ਗਵਾਂਢੀ ਮੁਲਕ ਤੇ ਹਮਲਾ ਕਰਨਾ ਹੈ, ਉਹ ਫੌਜ ਨੂੰ ਕਦੀ ਇਹ ਨਾ ਕਹੋ ਆਪਾਂ ਉਹਦੇ ਜਿੱਤ ਪ੍ਰਾਪਤ ਇਲਾਕਾ ਪ੍ਰਾਪਤ ਕਰਨ ਚੱਲੇ ਆ ਨਾ, ਉਹਨਾਂ ਨੂੰ ਹਮੇਸ਼ਾ ਫੌਜ ਨੂੰ ਇਹ ਕਹੋ ਕਿ ਅਸੀਂ ਧਰਮ ਫੈਲਾਉਣ ਚੱਲੇ ਨਾ। ਉਹ ਕਹਿੰਦਾ ਵੱਧ ਜੋਸ਼ ਨਾਲ ਲੜਨ, ਜਦ ਕਿ ਬੇਸਿਕ ਪਰਪਸ ਉਹਦਾ ਇਹ ਲੁੱਟਣਾ, ਜੋ ਇੱਕ ਸੋਨਾ ਚਾਂਦੀ ਹੈ ਸਾਰਾ ਕੁਝ ਸੀਗਾ, ਤਾਂ ਉਹਨੂੰ ਲੁੱਟਣਾ ਹੀ ਇਹਦਾ ਹੁੰਦਾ ਸੀ। ਫਿਰ ਉਸ ਤੋਂ ਤਕਰੀਬਨ ਪੌਣੇ 200 ਸਾਲ ਬਾਅਦ ਕੋਈ ਘਟਨਾ ਨਹੀਂ ਵਾਪਰਦੀ। ਫਿਰ ਆ ਕੇ ਮੁਹੰਮਦ ਗੋਰੀ ਦਾ ਪੀਰੀਅਡ ਆ ਜਾਂਦਾ ਹੈ। ਮੁਹੰਮਦ ਗੋਰੀ ਤੋਂ ਫਿਰ ਇਹ ਮੁਹੰਮਦ ਗੋਰੀ ਜਿੱਤ ਜਾਂਦਾ ਹੈ ਤੇ ਪ੍ਰਿਥਵੀਰਾਜ ਚੌਹਾਨ ਵਗੈਰਾ ਇੱਥੋਂ ਦੇ ਜੋ ਸੀ ਉਹ ਹਾਰ ਜਾਂਦੇ ਨੇ। ਤੇ ਉਹ ਅੱਗੇ ਜਿਹੜੀ ਹੈਗੀ ਹੈ 500-600 ਸਾਲ ਤੱਕ ਘਟਦਾ ਵੱਧਦਾ ਜਿਹੜਾ ਰਾਜ, ਪਹਿਲੇ 300 ਸਾਲ ਸੁਲਤਾਨ ਸੀਗੇ ਦਿੱਲੀ ਦੇ, ਜਿਹੜਾ ਕੁਤੁਬਦੀਨ ਐਬਕ ਤੋਂ ਲੱਗ ਕੇ ਇਬਰਾਹਿਮ ਲੋਧੀ ਤੱਕ ਜਾਂਦੇ ਨੇ। ਔਰ ਉਸ ਤੋਂ ਬਾਅਦ ਆ ਜਾਂਦੇ ਮੁਗਲ ਬਾਬਰ ਤੋਂ ਲੱਗ ਕੇ ਤੇ ਬਹਾਦਰ ਸ਼ਾਹ ਜ਼ਫਰ ਤੱਕ ਉਹਨਾਂ ਦਾ ਪੀਰੀਅਡ ਰਹਿੰਦਾ। ਇਹ ਤਕਰੀਬਨ ਜਿਹੜਾ ਸਾਰਾ ਪੀਰੀਅਡ ਹੈ 600-650 ਸਾਲ ਦਾ ਬਣਦਾ। ਤਾਂ ਸਾਡੇ ਜਿਸ ਤਰ੍ਹਾਂ ਇਹਨਾਂ ਦਾ ਪਹਿਲੀ ਗੱਲ ਤਾਂ ਹੈ ਕਿ ਦੇਖੋ ਮੁਸਲਮਾਨ ਨਾ ਕੋਈ ਇੱਕ ਗਰੁੱਪ ਨਹੀਂ ਹੈਗਾ। ਅਸੀਂ ਜੋ ਕਹਿੰਦੇ ਵੀ ਮੁਸਲਮਾਨ ਤਾਂ ਐ ਹੁੰਦੇ ਆ, ਨਹੀਂ, ਮੁਸਲਮਾਨਾਂ ਦੇ ਵਿੱਚ ਆਪ ਦੇ ਵਿੱਚ ਉਹ ਨਹੀਂ ਫਿਰਦੇ ਆ, 72 ਫਿਰਕੇ ਕਹਿੰਦੇ ਆ ਵੀ ਜਿਹੜੇ ਆਪਾਂ ਅੱਡ ਗਰੁੱਪ, ਜਿਹਦੇ ਚ ਮੇਨ ਵੰਡੀ ਹੈ ਸ਼ੀਆ ਸੁੰਨੀ, ਉਹ ਇੱਕ ਦੂਜੇ ਦੇ ਖੂਨ ਦੇ ਪੈਸੇ ਆ, ਉਹ ਉਹਨਾਂ ਦੀਆਂ ਫੂਕ ਆਉਂਦੇ ਆ ਮਸਜਿਦਾਂ, ਉਹ ਦੂਜਿਆਂ ਦੀਆਂ ਫੂਕ ਆਉਂਦੇ ਆ। ਤੀਸਰਾ ਇੱਕ ਗਰੁੱਪ ਹੈਗਾ, ਉਹ ਹੈਗੇ ਆ MDA, ਜਿਨ੍ਹਾਂ ਦਾ ਹੈਡ ਆਫਿਸ ਕਾਦੀਆਂ ਹੈਗਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ। ਉਹਨਾਂ ਨੂੰ ਦੋਨੋਂ ਹੀ ਰਲ ਕੇ ਨਹੀਂ ਮੰਨਦੇ ਵੀ ਇਹ ਮੁਸਲਮਾਨ ਹੀ ਹੈ, ਇਹਨਾਂ ਨੂੰ ਕਹਿੰਦੇ ਤਾਂ ਕਾਫਰ ਹੈ, ਇਹ ਮੁਸਲਮਾਨ ਹੀ ਨਹੀਂ ਹੈਗੇ। ਫਿਰ ਉਹਨਾਂ ਦੇ ਵਿੱਚ ਹੋਰ ਅੰਦਰ ਜਿਹੜੇ ਬਰੀਕ ਵੰਡੀਆਂ ਪਾ ਕੇ 72 ਫਿਰਕੇ ਬਣ ਗਏ ਨਾ। ਇੰਨੀਆਂ ਵੰਡੀਆਂ ਉਹ ਕੋਈ ਇੱਕ ਨਹੀਂ ਹੈਗੇ, ਔਰ ਆਪਸ ਵਿੱਚ ਉਹਨਾਂ ਦਾ ਵੀ ਉਨਾ ਹੀ ਕਲੈਸ਼ ਹੈਗਾ ਜਿੰਨਾ ਦੂਸਰਿਆਂ ਨਾਲ ਹੈਗਾ। ਆਪਾਂ ਅੱਜ ਕੱਲ ਪੜ੍ਹ ਲਿਆ ਸੀਗਾ, ਉਹ ਸ਼ੀਆ ਦੀ ਉਹ ਕੋਈ ਆਗੂ ਬੁਲਾਇਆ ਜਾ ਕੇ, ਹਾਲਾਂਕਿ ਕੋਈ ਮਾਈਨਰ ਫਰਕ ਹੈ, ਜੇ ਆਪਾਂ ਨੂੰ ਸਮਝ ਆ ਜਾਏਗਾ। ਇਹ ਕਹਿੰਦੇ ਵੀ ਜੋ ਮੁਸਲਮਾਨਾਂ ਦੇ ਗਰੁੱਪ ਜਿਹੜੇ ਬਹੁ ਗਿਣਤੀ ਹੈ ਨਾ, ਉਹ ਸੁੰਨੀ ਮੁਸਲਮਾਨ, ਸੁੰਨਾ ਮੈਨੇ ਲਾ ਤਾਂ ਲਾ, ਉਹ ਜਿਹੜੇ ਇਹ ਮੰਨਦੇ ਆ ਨਾ ਵੀ ਇਹਨਾਂ ਦੇ ਸਭ ਤੋਂ ਪਹਿਲੇ ਹੋਏ ਹਜ਼ਰਤ ਮੁਹੰਮਦ, ਇਹ 622-23 ਇੱਥੇ ਜੇ ਕਰਕੇ ਹੋਏ ਆ। ਤਾਂ ਉਸ ਤੋਂ ਬਾਅਦ ਜਿਹੜਾ ਜਦੋਂ ਉਹਨਾਂ ਦੀ ਡੈਥ ਹੋ ਗਈ, ਉਹ ਇਹ ਕਹਿ ਗਏ ਵੀ ਮੇਰੇ ਤੋਂ ਬਾਅਦ ਕੋਈ, ਮੈਂ ਪੈਗੰਬਰ ਹੈ, ਰੱਬ ਨੇ ਮੈਨੂੰ ਭੇਜਿਆ ਤੇ ਮੇਰੇ ਤੋਂ ਬਾਅਦ ਕੋਈ ਪੈਗੰਬਰ ਨਹੀਂ ਹੋਊਗਾ, ਬਸ ਮੈਂ ਆਖਰੀ ਹੈ। ਜਿਵੇਂ ਆਪਣੇ ਹੈਗਾ ਆਪਣਾ ਸਿੱਖੀ ਦੇ ਵਿੱਚ ਇਹ ਕਹਤਾ ਵੀ 10 ਗੁਰੂਆਂ ਤੋਂ ਬਾਅਦ ਗੁਰੂ ਨਹੀਂ ਹੋਊਗਾ, ਤੇ ਇਸੇ ਤਰ੍ਹਾਂ ਉਹਨਾਂ ਨੇ ਇਹ ਕਿਹਾ ਵੀ ਮੈਂ ਪੈਗੰਬਰ ਹੈ, ਮੇਰੇ ਤੋਂ ਬਾਅਦ ਕੋਈ ਉਹ ਨਹੀਂ ਹੋਊਗਾ। ਲੇਕਿਨ ਜੋ ਕਮਿਊਨਿਟੀ ਬਣ ਗਈ ਮੁਸਲਮਾਨਾਂ ਦੀ,
ਉਸ ਦੀ ਉਹਨੂੰ ਗਾਈਡੈਂਸ ਵਾਸਤੇ ਤਾਂ ਕੋਈ ਚਾਹੀਦਾ। ਉਹ ਕਹਿੰਦੇ ਫਿਰ ਆਪਾਂ ਨਾ ਇੱਕ ਲੀਡਰ ਚੁਣ ਲਿਆ ਕਰਾਂਗੇ ਜਿਸ ਨੂੰ ਅਸੀਂ ਖਲੀਫਾ ਕਹਾਂਗੇ, ਹੈ ਨਾ। ਉਹ ਉਹਨਾਂ ਨੇ ਚੁਣਨਾ ਸ਼ੁਰੂ ਕਰਤਾ। ਪਹਿਲੇ 3 ਖਲੀਫੇ ਚੁਣੇ, ਅਬੂ ਬਕਰ, ਉਹ ਉਸਮਾਨ ਤੇ ਉਮਰ। ਚੌਥਾ ਖਲੀਫਾ ਜਿਹੜਾ ਹੈਗਾ ਉਹ ਹੈ ਅਲੀ। ਅਲੀ ਹਜ਼ਰਤ ਮੁਹੰਮਦ ਦਾ ਜਵਾਈ ਵੀ ਸੀ, ਚਾਚੇ ਦਾ ਮੁੰਡਾ ਵੀ ਸੀ। ਹੁਣ ਇੱਕ ਗਰੁੱਪ ਵਾਸਤੇ ਸ਼ੀਆ ਉਹ ਇਹ ਗਿਣਦੇ ਆ ਕਿ ਜੇ ਪਹਿਲੇ 3 ਖਲੀਫੇ ਐਵੇਂ ਸੀ, ਉਹ ਧੱਕੇ ਨਾਲ ਆਏ ਸੀ, ਅਸਲ ਖਲੀਫਾ ਅਲੀ ਹੈ। ਤੇ ਜਿਹੜੇ ਸੁੰਨੀ ਮੁਸਲਮਾਨ ਉਹ ਕਹਿੰਦੇ ਨਹੀਂ ਉਹ ਪਹਿਲੇ ਵਾਲੇ ਠੀਕ ਸੀ ਤੇ ਇਹ ਵੀ ਠੀਕ ਹੈ। ਹੁਣ ਆਪਾਂ ਨੂੰ ਵੇਖੀਏ ਤੇ ਕਿੱਡਾ ਕੁ ਮਸਲਾ ਹੈ ਨਾ। ਲੇਕਿਨ ਇਹਦੇ ਪਿੱਛੇ ਹੀ ਦੇਸ਼ਾਂ ਦੇ ਦੇਸ਼ ਲੜੀ ਜਾਂਦੇ ਆ ਨਾ, ਇੱਕ ਦੂਜੇ ਨੂੰ ਤਬਾਹ ਕਰੀ ਜਾਂਦੇ ਨੇ। ਸੋ ਇਹ ਇਸ ਤਰ੍ਹਾਂ ਦਾ ਜਿਹੜਾ ਇਹ ਵੰਡੀ ਹੋਰ ਬਹੁਤ ਵੱਡੀਆਂ ਤਰਜੀਹਾਂ, ਉਹ ਕੋਈ ਇੱਕ ਗਰੁੱਪ ਨਹੀਂ ਹੈਗਾ। ਅੱਗੇ ਇਹਨਾਂ ਦਾ ਆਪਾਂ ਮਤਲਬ ਬਹੁਤਿਆਂ ਨੂੰ ਮੁਗਲ ਤੇ ਮੁਸਲਮਾਨ ਦਾ ਫਰਕ ਨਹੀਂ ਪਤਾ। ਆਮ ਬੱਚੇ ਨੂੰ ਪੁੱਛ ਲੈਂਦੇ ਨੇ ਮੁਗਲ ਤੇ ਮੁਸਲਮਾਨਾਂ ਦਾ ਕੀ ਫਰਕ ਹੈ। ਮੁਸਲਮਾਨ ਇੱਕ ਧਰਮ ਦਾ ਨਾਂ, ਇਸਲਾਮ ਧਰਮ ਦਾ ਨਾਂ ਹੈ, ਜਦਕਿ ਮੁਗਲ ਉਹਦੇ ਵਿੱਚ ਇੱਕ ਗਰੁੱਪ ਹੈ। ਜਿਵੇਂ ਆਪਾਂ ਨੇ ਸਿੱਖੀ ਚਲਾਈਏ, ਸਿੱਖੀ ਚ ਜੱਟ ਵੀ ਨੇ, ਸਿੱਖੀ ਚ ਖੱਤਰੀ ਵੀ ਨੇ, ਸਿੱਖੀ ਚ ਬਿਸਤਰੀ ਵੀ ਨੇ, ਸਿੱਖੀ ਨੂੰ ਕਿੰਨੇ ਨੇ। ਇਸੇ ਤਰ੍ਹਾਂ ਹੀ ਮੁਸਲਮਾਨਾਂ ਚ ਇੱਕ ਗਰੁੱਪ ਮੁਗਲ ਹੈ, ਬਾਕੀ ਜਿਹੜੇ ਨੇ ਪਠਾਨ ਹੈਗੇ ਆ, ਹੈ ਨਾ, ਤੁਰਕ ਮੇਨ ਬਹੁਤੇ ਜਿਹੜੇ ਹੈਗੇ ਉਹ ਤੁਰਕ ਨੇ। ਜਿਹੜੀਆਂ ਇੰਡੀਆ ਦੀ ਜਿੱਤਾਂ ਪ੍ਰਾਪਤ ਕੀਤੀਆਂ ਉਹ ਬਹੁਤੀਆਂ ਤੁਰਕਾਂ ਨੇ ਕੀਤੀਆਂ, ਉਹ ਤੁਰਕ ਸੀ। ਤਾਂ ਇਹਨਾਂ ਦੀਆਂ ਆਪਸੀ ਵੰਡੀਆਂ ਵੀ ਹੋਣੀਆਂ ਹੀ ਸੀ। ਸਾਰੇ 650 ਸਾਲ ਦੌਰਾਨ ਇਹ ਰਹਿੰਦਾ ਸੀਗਾ ਵੀ ਕਿਹੜਾ ਗਰੁੱਪ ਡੋਮੀਨੇਟ ਕਰਦਾ ਹੈ। ਹਮੇਸ਼ਾ ਜੇ ਰਾਜੇ ਦੇ ਦਰਬਾਰ ਦੇ ਵਿੱਚ 100 ਦਰਬਾਰੀ ਹੈਗੇ ਆ ਤਾਂ ਉਹ ਸਾਰੇ ਆਪਾਂ ਇਹ ਨਵੀਂ ਸਾਡਾ ਸੁੰਨੀਆਂ ਦਾ ਗਰੁੱਪ ਡਾਊਨ ਜਾ ਰਿਹਾ, ਇਹ ਸ਼ੀਆ ਕਰ ਰਹੇ ਆ, ਇਹਨਾਂ ਨੂੰ ਡਾਊਨ ਸੋ ਇਹ ਫਿਰ ਇਹ ਸੀ ਮੁਗਲ ਪਠਾਨਾਂ ਤੇ ਉਹ ਵਿਸ਼ਵਾਸ ਨਹੀਂ ਸੀ ਕਰਦੇ, ਹਾਲਾਂਕਿ ਮੁਸਲਮਾਨ ਸੀ। ਪਠਾਨਾਂ ਦੇ ਯਕੀਨ ਨਹੀਂ ਸੀ ਕਰਦੇ ਵੀ ਇਹ ਫੂਲ ਹੁੰਦੇ ਆ। ਤੁਰਕਾਂ ਦੇ ਨਹੀਂ ਸੀ ਕਰਦੇ, ਤੁਰਕਾਂ ਨੂੰ ਵੀ ਉਹ ਜੱਟ ਕਹਿੰਦੇ ਸੀ, ਯਾਰ ਇਹਨਾਂ ਨੂੰ ਹੈਗੀ ਲੜਨ ਲੜਨ ਜਿਹੜੀ ਹੈ, ਬਸ ਠੀਕ ਹੈ ਨਾ, ਲੜਾਈ ਲੜੀ ਬੰਦ ਲੱਗ ਰੱਖੋ। ਲੇਕਿਨ ਜਿਹੜਾ ਹੁਣ ਉਹ ਜੋ ਮੁਗਲਾਂ ਦੇ ਵੇਲੇ ਜੋ ਸਭ ਤੋਂ ਉੱਚੇ ਹੁੰਦੇ ਹੁੰਦੇ ਸੀ ਉਹ ਸ਼ੀਆ ਮੁਸਲਮਾਨ ਸੀਗੇ ਈਰਾਨ ਦੇ। ਉਹ ਉਹਨਾਂ ਨੂੰ ਕਿਉਂਕਿ ਉਹ ਕਹਿੰਦੇ ਵੀ ਇਹਨਾਂ ਨੂੰ ਮੈਨਰ ਹੈਗਾ, ਤੁਹਾਨੂੰ ਬੋਲਣ ਦਾ ਤਰੀਕਾ ਹੈ, ਇਹਨਾਂ ਨੂੰ ਇਹ ਕਲਚਰ ਦੇ ਲੋਕ ਨੇ ਕਿਸੇ ਨਾਲ ਕਿਵੇਂ ਗੱਲ ਕਰਨੀ ਹੈ ਕਿਵੇਂ ਨਹੀਂ ਕਰਨੀ। ਇਹ ਉਹ ਨੇ, ਇਹ ਸੁੰਨੀ ਹੈ ਸ਼ੀਆ ਅਸੀਂ ਕੀ ਕਰਵਾਉਣਾ, ਠੀਕ ਹੈ ਨਾ। ਅਸੀਂ ਤੇ ਮਸੀਤ ਤਾਂ ਇਹਨਾਂ ਨੂੰ ਬਿਠਾਣਾ ਨਹੀਂ। ਸਿਮਿਲਰਲੀ ਜਿਹੜਾ ਅਕਬਰ ਦੇ ਵੇਲੇ ਆ ਕੇ ਜੋ ਲਿਬਰਲ ਹੋਇਆ, ਅਕਬਰ ਦਾ ਵੀ ਇਹ ਸਮਝਦਾਰੀ ਸੀ ਵੀ ਮੈਂ ਰਾਜ ਚਲਾਉਣਾ, ਮੈਂ ਮਸੀਤ ਨਹੀਂ ਚਲਾਣੀ। ਇਸ ਕਰਕੇ ਜਿਹੜਾ ਵੀ ਬੰਦਾ ਲਾਇਕ ਹੈਗਾ ਮੈਂ ਉਹਨੂੰ ਉਹਦੇ ਤੇ ਲਾ, ਜਿਹੜਾ ਜਿਸ ਕੰਮ ਦੇ ਲਾਇਕ ਹੈ। ਉਹਨੇ ਵੇਖਿਆ ਕਿ ਇਹ ਹਿਸਾਬ ਕਿਤਾਬ ਕਰਨ ਵਾਲਾ ਟੂਰਨਾਮੈਂਟ ਠੀਕ ਹੈ, ਖੱਤਰੀ ਇਹ ਭਾਵੇਂ ਮੁਸਲਮਾਨ ਹੈ ਨਹੀਂ, ਕੋਈ ਨਹੀਂ, ਇਹਨੂੰ ਲਾ ਦਿਓ, ਇਹ ਪ੍ਰਬੰਧ ਕਰ ਦਿਓ। ਹੋਰ ਉਹਨਾਂ ਨੇ ਜਿੰਨੇ ਵੱਡੇ ਅਹੁਦੇਦਾਰ ਸੀ ਆਪਦੇ, ਉਹ ਸਾਰਿਆਂ ਨੂੰ ਰਲਾ ਮਿਲਾ ਕੇ ਲਾਏ। ਇਸ ਗੱਲ ਦੇ ਉੱਤੇ ਕਈਆਂ ਨੇ ਇਤਰਾਜ਼ ਵੀ ਕੀਤਾ ਉਸ ਵੇਲੇ ਵੀ। ਉਸ ਵੇਲੇ ਦਾ ਜਿਹੜਾ ਇੱਕ ਇਤਿਹਾਸਕਾਰ, ਜੋ ਸਾਨੂੰ ਅਕਬਰ ਦੇ ਵੇਲੇ ਦਾ ਇਤਿਹਾਸ ਬਹੁਤਾ ਪਤਾ ਲੱਗਦਾ ਹੈ, ਉਹ ਤਾਂ ਅਬੁਲ ਫਜ਼ਲ ਦੀ ਕਿਤਾਬ ਹੈ ਅਕਬਰਨਾਮਾ, ਜਿਹੜੀ ਬਾਦਸ਼ਾਹ ਨੇ ਲਿਖਵਾਈ ਹੈ। ਵੀ ਨਿੱਤ ਦਾ ਹਾਲ ਵਿਆਜਾ ਕੀਤਾ ਬਾਦਸ਼ਾਹ ਸਲਾਮਤ ਨੇ, ਇਹ ਕਰਤਾ ਉਹ ਕਰਤਾ, ਇਹ ਚਲੋ ਉਹਦਾ ਤਾਂ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਤਾਰੀਫ ਹੀ ਹੋਊਗੀ, ਕਿਉਂਕਿ ਅਬੁਲ ਫਜ਼ਲ ਨੇ ਤਨਖਾਹ ਲੈਣੀ ਹੈ ਅਕਬਰ ਤੋਂ, ਤੇ ਅਗਲੇ ਦਿਨ ਉਹਨੇ ਸੁਣ ਵੀ ਲੈਣਾ ਵੀ ਹਾਂ ਦਿਖਾ ਕੱਲ ਕੀ ਲਿਖਿਆ, ਤਾਂ ਉਹਦੇ ਉਲਟ ਤਾਂ ਨਹੀਂ ਲਿਖ ਸਕਦਾ, ਉਹ ਵਡਿਆਈ ਲਿਖੂਗਾ। ਲੇਕਿਨ ਸਾਡੇ ਕੋਲ ਉਸੇ ਵੇਲੇ ਇੱਕ ਬੰਦਾ ਹੋਰ ਹੈ, ਮੁੱਲਾ ਅਬਦੁਲ ਕਾਦਰ ਬਦਾਉਨੀ, ਜਿਹਨੂੰ ਅਕਬਰ ਪਸੰਦ ਨਹੀਂ। ਉਹ ਆਪਣੇ ਘਰੇ ਬੈਠਾ ਵੀ ਲਿਖੀ ਜਾਂਦਾ ਹੈ ਇੱਕ ਇਤਿਹਾਸ ਮੁੰਤਖਬ ਤਵਾਰੀਖ। ਉਹ ਅਕਬਰ ਨੂੰ ਬਹੁਤ ਨਿੰਦਦਾ ਹੈ, ਕਹਿੰਦਾ ਅਕਬਰ ਬਹੁਤ ਮਾੜਾ ਬੰਦਾ ਹੈ, ਇਹ ਇਸਲਾਮ ਦਾ ਭੱਠਾ ਵਾ, ਕਿਉਂਕਿ ਇਹ ਵੇਖਦਾ ਹੀ ਨਹੀਂ ਵੀ ਜਿਹਨੂੰ ਉਹਦੇ ਤੇ ਲਾਉਣਾ ਵੀ ਉਹ ਮੁਸਲਮਾਨ ਹੈਗਾ ਕਿ ਨਹੀਂ, ਇਹ ਵੇਖਦਾ ਜਿਹੜਾ ਲਾਇਕ ਹੈ ਉਹਨੂੰ ਲਾ ਦਿੰਦਾ। ਤਾਂ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਵਾਕਈ ਜਿਹੜਾ ਅਕਬਰ ਹੈ ਉਹ ਲਿਬਰਲ ਪ੍ਰੈਕਟੀਕਲ ਸੀ। ਜਿਹੜੀ ਰਾਜਨੀਤੀ ਹੈ ਨਾ, ਰਾਜਨੀਤੀ ਦੇ ਵਿੱਚ ਧਰਮ ਤਾਂ ਪਾਸੇ ਰਹਿ ਜਾਂਦਾ ਹੈ, ਇਹ 'ਚ ਤੁਹਾਨੂੰ ਪ੍ਰੈਕਟੀਕਲ ਹੋਣਾ ਪੈਂਦਾ। ਮਹਾਰਾਜਾ ਰਣਜੀਤ ਸਿੰਘ ਦਾ ਆਪਾਂ ਵੇਖਦੇ ਹਾਂ ਤਾਂ ਜਿੰਨੇ ਮੁਸਲਮਾਨ ਅਹੁਦੇਦਾਰ ਫਕੀਰ ਅਜ਼ੀਜ਼ੁਦੀਨ ਫਕੀਰ ਤੇ ਯੂਰੋਪੀਅਨ ਉਹਨੇ ਲਾਏ, ਤਾਂ ਉਹ ਲੋੜ ਹੈਗੀ ਆ ਉਹਦੀ। ਉਹ ਉਸ ਤੋਂ ਬਿਨਾਂ ਜੇ ਤੁਸੀਂ ਦੂਜੋ ਕਰੋਗੇ ਫਿਰ ਨਹੀਂ ਚੱਲਦਾ ਰਾਜ, ਤੁਹਾਡੇ ਵੱਡਾ ਬੈਠੂ ਫਿਰ ਤਾਂ ਕੁਝ ਨਹੀਂ ਜਾਣਾ। ਫਿਰ ਜਿਹੜੇ ਜਿੰਨੇ 650 ਸਾਲਾਂ ਵਿੱਚ ਨਾ ਅਸੀਂ ਹਰੇਕ ਜਦੋਂ ਇਹ ਪੜ੍ਹਾਉਂਦੇ ਸੀ ਹਰ ਬਾਦਸ਼ਾਹ ਬਾਰੇ, ਹਰ ਸੁਲਤਾਨ ਬਾਰੇ ਪਹਿਲੇ ਲੈਣੇ ਹੁੰਦੇ, ਉਹ ਬਹੁਤ ਕੱਟੜ ਮੁਸਲਮਾਨ ਸੀ, ਸੁੰਨੀ ਮੁਸਲਮਾਨ ਸੀ, ਫਲਾਣਾ ਜਹਾਂਗੀਰ ਬਹੁਤ ਕੱਟੜ ਸੁੰਨੀ ਮੁਸਲਮਾਨ ਸੀ, ਫਲਾਣਾ ਉਹ ਕੱਟੜ ਕੁੱਟੜ ਨਹੀਂ ਉਹਨਾਂ ਨੂੰ ਪਤਾ ਕਿਸੇ ਵੀ ਬਾਦਸ਼ਾਹ ਨੂੰ। ਹੁਣ ਆਪਾਂ ਜੇ ਵੇਖੀਏ ਤਾਂ ਬਾਦਲ ਕਦੀ ਦੇਖਿਆ ਵੀ ਅਮਰਤ ਸਿੰਘ ਦਾ ਘਟਨਾ ਹੋ ਕਿਸੇ ਨੂੰ, ਹੈ ਨਾ। ਉਹਨਾਂ ਨੂੰ ਹੋਰ ਦੂਜਿਆਂ ਤੇ ਵੀ ਨਹੀਂ ਹੈਗੀ, ਬਾਦਸ਼ਾਹ ਕੋਲ ਐਨੀ ਨਹੀਂ ਹੁੰਦੀ ਕਿ ਧਰਮ ਪਰਿਵਰਤਨ ਕਰਦਾ ਫਿਰੇ
ਨਾਲੇ ਜੇ ਐਂ ਹੀ ਕਰਦਾ ਹੁੰਦਾ ਜਿਵੇਂ ਅਸੀਂ ਔਰੰਗਜ਼ੇਬ ਵੇਲੇ ਕਹਿੰਦੇ ਆ ਕਿ ਔਰੰਗਜ਼ੇਬ 1.25 ਮਣ ਜਨੇਊ ਰੋਜ਼ ਲਾ ਕੇ ਰੋਟੀ ਖਾਂਦਾ ਸੀ ਤੇ ਫਿਰ 650 ਸਾਲਾਂ ਦੇ ਐਨੇ ਕੀ ਮੁਸਲਮਾਨ ਬਣੇ ਤੇ ਮੁਸਲਮਾਨਾਂ ਦੀ ਗਿਣਤੀ 1947 ਵਿੱਚ 27% ਸੀ। ਪਾਕਿਸਤਾਨ ਹਿੰਦੁਸਤਾਨ ਦੇ ਆਹ ਰਲਾ ਕੇ ਤੇ ਜੋ ਜ਼ਬਰਦਸਤੀ ਬਣਾਉਂਦਾ ਹੁੰਦਾ ਤਾਂ ਕਿ ਐਨੇ ਥੋੜ੍ਹੇ ਬਣੇ ਸੀਗੇ ਤੇ ਫਿਰ 650 ਸਾਲਾਂ ਦਾ ਨਵੇੜਤਾ ਹੁੰਦਾ ਕੰਮ ਉਹਨੇ ਨਹੀਂ ਸੀ। ਔਰੰਗਜ਼ੇਬ ਨੂੰ ਵੀ ਐਂ ਬਸੋ ਅਸੀਂ ਸਾਰਾ ਜੋ ਸਾਡੇ ਮਾੜੇ ਪੱਖ ਹੈ ਉਹ ਔਰੰਗਜ਼ੇਬ ਦੇ ਉੱਤੇ ਸਿੱਟੀ ਜਾਂਦੇ ਆ। ਔਰੰਗਜ਼ੇਬ ਵੀ ਉਹ ਨਹੀਂ ਪ੍ਰੈਕਟੀਕਲ ਬਾਦਸ਼ਾਹ ਸੀ, ਦੇਖਦਾ ਸੀ ਵੀ ਕਿੱਥੇ ਕਿਸ ਚੀਜ਼ ਦੀ ਲੋੜ ਹੈ, ਧਰਮ ਦੀ ਵਰਤੋਂ ਕਰ ਲੈਂਦਾ ਸੀਗਾ, ਰਾਜਨੀਤੀ ਵਾਸਤੇ ਧਰਮ ਦੀ ਵਰਤੋਂ ਕਰ ਲੈਂਦਾ ਸੀ, ਸਾਰੇ ਕਰਦੇ ਸੀ। ਲੇਕਿਨ ਇਹ ਨਹੀਂ ਵੀ ਉਹ ਪਹਿਲੇ ਵਾਲਿਆਂ ਨਾਲੋਂ ਕੋਈ ਐਕਸਟਰਾ ਉਹ ਸੀਗਾ, ਉਹ ਨਹੀਂ ਸੀ ਜਿਹੜਾ ਜਿੰਨਾ ਅਸੀਂ ਪੰਜਾਬ ਦੇ ਇਤਿਹਾਸ ਵਿੱਚ ਉਹਨੂੰ ਨਿੰਦਦੇ ਹਾਂ। ਵੈਸੇ ਜਿਹੜੀਆਂ ਦੋ ਮੁੱਖ ਘਟਨਾ ਔਰੰਗਜ਼ੇਬ ਵੇਲੇ ਦੀਆਂ ਹੈਗੀਆਂ, ਔਰੰਗਜ਼ੇਬ ਇੱਥੇ ਹੈ ਹੀ ਨਹੀਂ ਸੀ। ਔਰੰਗਜ਼ੇਬ ਤਾਂ ਜਿਹੜੇ ਆਪਦੇ ਰਾਜ ਦੇ ਅਖੀਰਲੇ 24-25 ਸਾਲ ਉਹ ਦੱਖਣ ਚ ਲੜਦਾ ਫਿਰਦਾ ਰਿਹਾ, ਉਹ ਤਾਂ ਹੈ ਹੀ ਨਹੀਂ ਇੱਥੇ। ਉਹਦੇ ਪਿਛਲੇ ਉਹਦੇ ਘਰ ਚਲਾਈ ਜਾਂਦੇ ਆ। ਉਹ ਤਾਂ 1682 ਕਿ 83 ਚ ਐਸਾ ਨਿਕਲਿਆ ਦਿੱਲੀੋਂ, ਉਹ ਮੁੜ ਕੇ ਆਇਆ ਹੀ। ਉਹ ਉਧਰ ਦੱਖਣ ਜੋ ਇਲਾਕਿਆਂ ਦੇ ਵਿੱਚ ਲੜਦਾ, ਜਿੱਤ ਲਿਆ, ਉਹ ਹਾਰ ਗਿਆ, ਉਹ ਜਿੱਤ ਲਿਆ, ਉਹ ਕਰਦਾ ਉਧਰ ਹੀ ਮਰ ਗਿਆ। ਤੇ ਆਪਣੇ ਇਤਿਹਾਸ ਪੰਜਾਬ ਦੇ ਸਭ ਤੋਂ ਵੱਧ ਗਾਲਾਂ ਔਰੰਗਜ਼ੇਬ ਨੂੰ, ਔਰੰਗੇ ਦੀ ਔਲਾਦ, ਔਰੰਗਾ ਜੋ ਰੰਗਾ ਉਹ ਤਾਂ ਹੈ। ਸੋ ਅਸੀਂ ਉਹੀ ਪਾਪੂਲਰ ਜਿਹੜਾ ਢਾਡੀਆਂ ਨੇ ਬਣਾਇਆ ਹੋਇਆ ਨਾ, ਅਸੀਂ ਢਾਡੀ ਉਹਨੂੰ ਜਿਹੜੇ ਗਾਣ ਹੈਗਾ ਨਾ, ਉਹਨੂੰ ਅਸੀਂ ਇਤਿਹਾਸ ਸਮਝੀ ਬੈਠੇ ਹਾਂ। ਇਤਿਹਾਸ ਤੇ ਇਤਿਹਾਸ ਦਾ ਇਹੀ ਫਰਕ ਹੈ ਕਿ ਜੇ ਇਹ ਜੋ ਇਹ ਗਾਉਂਦੇ ਆ ਨਾ, ਆਪਣੇ ਜਿਹੜਾ ਵੱਡੇ ਤੋਂ ਵੱਡਾ ਸਕੋਲਰ ਮੈਂ ਵੇਖਿਆਗਾ, PhDਆਂ ਵੀ ਕਰੀ ਫਿਰਦੇ ਆ ਪੰਜਾਬ ਦੇ ਘਰ ਬਾਰੇ, ਲੇਕਿਨ ਜਦੋਂ ਧਰਮ ਦੇ ਉੱਤੇ ਆ ਜਾਓ ਫਿਰ ਇੱਥੇ ਜੇ ਆ ਜਾਂਦੇ ਆ, ਨਹੀਂ ਔਰੰਗਜ਼ੇਬ ਨਹੀਂ ਹੋ ਕੀਤਾ, ਔਰੰਗਜ਼ੇਬ ਨਹੀਂ ਹੋ ਕੀਤਾ, ਉਹ ਨਹੀਂ ਕੀਤਾ। ਉਹ ਥੋੜੇ ਮੋਟੇ ਕੋਈ ਘਟਨਾਵਾਂ ਚਲੋ ਉਹ ਤਾਂ ਮੈਂ ਕਿਹਾ ਵੀ ਸਾਰੇ ਹੀ ਕਰ ਲੈਂਦੇ ਆ। ਹੁਣ ਇਹਨਾਂ ਧਰਮ ਦੀ ਵਰਤੋਂ ਦਾ ਇਹਦਾ ਤੁਹਾਨੂੰ ਮੈਂ ਇੱਕ ਉਹ ਦੱਸਦਾ ਹੈ। ਔਰੰਗਜ਼ੇਬ ਜਦੋਂ ਗੱਦੀ ਤੇ ਬੈਠਾ, ਆਪਣੇ ਪਿਓ ਨੂੰ ਜੇਲ੍ਹ ਕੀਤੀ ਸੀ ਇਹਨੇ, ਸ਼ਾਹਜਹਾਂ ਨੂੰ ਜੇਲ੍ਹ ਦਾ ਮਤਲਬ ਇਹ ਨਹੀਂ ਵੀ ਕਿਤੇ ਉਹ ਸਿੱਖਾਂ ਵਾਲੀ ਚ ਪਾਤਾ, ਉਹਨੂੰ ਨਜ਼ਰਬੰਦ ਕਰਤਾ ਵੀ ਤੂੰ ਕਿਲੇ ਚ ਰਿਹਾ ਕਰ, ਠੀਕ ਹੈ, ਤੂੰ ਆਪਦਾ ਰਹਿ ਰਾਜ ਮਹਿਲ ਦਾ ਬਸ ਆ ਸੀਗਾ ਹਨਾ। ਆਪਣੀ ਜੇਲ੍ਹ ਦਾ ਉਹ ਜੇਲ੍ਹ ਜਨਰਲ ਫਿਰਦੇ ਏਦਾਂ ਨਹੀਂ ਸੀਗਾ, ਉਹਨੂੰ ਘਰ ਪਰਿਵਾਰ ਖਾਣ ਪੀਣ ਸਾਰਾ ਕੁਝ ਤੂੰ ਲੈ, ਪਰ ਤੂੰ ਰਾਜ ਮਹਿਲ ਦਾ। ਆਪਦੇ 3 ਭਰਾ ਸੀ, ਤਿੰਨੇ ਭਰਾਵਾਂ ਨੂੰ ਉਹਨੇ ਮਰਵਾਤਾ। ਇਹ ਵੀ ਇੱਕ ਰਾਜਾਸ਼ਾਹੀ ਦੀ ਇੰਸਟੀਟਿਊਸ਼ਨ ਦੀ ਲੋੜ ਸੀ, ਕਿਉਂਕਿ ਹਰੇਕ ਜਿਹੜਾ ਉਹ ਭਾਵੇਂ ਉਹ ਮੁਸਲਮਾਨ ਰਾਜੇ ਸੀਗੇ, ਭਾਵੇਂ ਉਹ ਪਹਿਲੇ ਵਾਲੇ ਹਿੰਦੂ ਰਾਜੇ ਸੀ। ਅਸ਼ੋਕ ਬਾਰੇ ਤੁਸੀਂ ਆਮ ਪੜ੍ਹਦੇ ਆ, ਅਸੀਂ ਅਸ਼ੋਕ ਨੂੰ ਬੜਾ ਦਿਆਲੂ ਬਾਦਸ਼ਾਹ ਕਹਿੰਦੇ ਆ ਨਾ, ਉਹਦੇ ਬਾਰੇ ਗ੍ਰੰਥਾਂ ਜਿਹੜੇ ਲਿਖਿਆ ਉਹਨੇ ਗੱਦੀ ਤੇ ਬਹਿਣ ਵਾਸਤੇ ਆਪਦੇ 99 ਭਰਾ ਮਾਰੇ ਸੀ। 99 ਨਾ ਮਾਰੇ ਹੋਣਗੇ, 9 ਮਾਰੇ ਹੋਣੇ, 99 ਵਧਾ ਕੇ ਲਿਖਦੇ ਹੋਣੇ, ਮਾਰੇ ਤਾਂ ਸੀ। ਰਾਜਾਸ਼ਾਹੀ ਦੀ ਜਿਹੜਾ ਸਿਸਟਮ ਸੀ ਨਾ, ਉਹਦੇ ਵਿੱਚ ਇਹੀ ਸੀ ਕਿ ਜੇ ਹਰੇਕ ਬਾਦਸ਼ਾਹ ਦੇ ਮਰਨ ਮਗਰੋਂ ਉਹਦੀ ਜਿੰਨੀ ਔਲਾਦ ਸੀ ਉਹ ਲੜਦੇ ਸੀ ਆਪਸ ਵਿੱਚ, ਗੱਦੀ ਤੇ ਅਸੀਂ ਬਹਿਣਾ, ਅਸੀਂ ਉਹ ਨਹੀਂ ਛੁੱਟੀ ਤੇ ਸਭ ਤੋਂ ਵੱਡਾ ਹੁੰਦਾ ਬਹਿਜੂ ਨਾ, ਜਿਹੜੇ ਛੋਟੇ ਉਹ ਸਾਡਾ ਵੀ ਉਹਦਾ ਹੀ ਕਲੇਮ ਹੈ। ਤਾਂ ਜਿਹੜਾ ਵੀ ਉਹਨਾਂ ਵਿੱਚੋਂ ਕਾਮਯਾਬ ਹੋ ਜਾਂਦਾ ਸੀ, ਉਹ ਸਭ ਤੋਂ ਪਹਿਲਾ ਕੰਮ ਇਹੀ ਕਰਦਾ ਸੀ, ਬਾਕੀ ਭਰਾਵਾਂ ਨੂੰ ਸਭ ਨੂੰ ਇਹਨੂੰ ਸਾਫ਼ ਕਰ ਦੇ, ਠੀਕ ਹੈ। ਕੱਲ ਕੋਈ ਹੋਰ ਸਿਆਪਾ ਖੜਾ ਕਰਨਗੇ, ਇਹ ਮਾਰਗੂਰ ਜੋ ਇਹਨਾਂ ਨੂੰ ਨੱਕੀ ਕਰੋ, ਫਿਰ ਆਪਾਂ ਆਰਾਮ ਨਾਲ ਰਾਜ ਕਰਾਂਗੇ। ਉਹ ਸਾਰੇ ਇਹੀ ਕਰਦੇ ਸੀ। ਉਹਦੇ ਵਿੱਚ ਕਰਦੇ ਔਰੰਗਜ਼ੇਬ ਦਾ ਉਹ ਨਹੀਂ ਸੀ। ਤਾਂ ਔਰੰਗਜ਼ੇਬ ਦਾ ਭਰਾ ਸੀ ਸਭ ਤੋਂ ਵੱਡਾ ਭਰਾ ਦਾਰਾ ਸ਼ਿਕੋਹ, ਨਾਂ ਤਾਂ ਤੁਸੀਂ ਸੁਣਿਆ ਹੈਗਾ। ਦਾਰਾ ਸ਼ਿਕੋਹ ਥੋੜਾ ਜਿਹਾ ਲਿਬਰਲ ਸੀਗਾ, ਉਸ ਧਰਮਾਂ ਦੇ ਪ੍ਰਤੀ ਥੋੜਾ ਜਿਹਾ ਉਹ ਸੀ ਗੰਭੀਰ। ਤਾਂ ਉਹਨੇ ਉਪਨਿਸ਼ਦ ਟ੍ਰਾਂਸਲੇਟ ਕਰਵਾਏ, ਉਹ ਸੰਤਾਂ ਕੋਲ ਫਿਰਦਾ ਰਹਿੰਦਾ ਸੀਗਾ। ਤਾਂ ਇਹਨੇ ਆਪਣਾ ਔਰੰਗਜ਼ੇਬ ਨੇ ਉਹ ਤੇ ਇਹ ਐਲੀਗੇਸ਼ਨ ਫੜ ਲਿਆ, ਉਹਨੂੰ ਉਹ ਭਾਈਦਾ ਸੀਗਾ, ਫੜ ਲਿਆ, ਫੜ ਕੇ ਤੇ ਉਹਦੇ ਐਲੀਗੇਸ਼ਨ ਇਹ ਲਾਇਆ ਕਿ ਵੀ ਇਹ ਧਰਮ ਵਿਰੋਧੀ ਬੰਦਾ ਹੈ, ਇਹ ਇਸਲਾਮ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ। ਤੇ ਧਰਮ ਵਿਰੋਧੀ ਬੰਦੇ ਦੀ ਆਪਣੇ ਕੋਲ ਕੀ ਸਜ਼ਾ ਹੈ? ਕਾਜੀ ਆਪਦੇ ਹੀ ਹੁੰਦੇ ਆ। ਕਹਿੰਦਾ ਜੀ ਮੌਤ। ਅੱਛਾ ਚਲ ਮਾਰ ਦਿਓ, ਮਾਰਤਾ। ਇੱਕ ਹੋਰ ਭਰਾ ਸੀ ਉਹਦਾ, ਸ਼ਾਹ ਸੂਜ਼ਾ, ਐਂ ਉਹ ਫੜ ਲਿਆ, ਉਹਨੂੰ ਕਹਿੰਦੇ ਵੀ ਹਾਂ ਹੁਣ ਉਹਨੂੰ ਤਾਂ ਇਹ ਨਹੀਂ ਕਹਿ ਸਕਦੇ ਕਿ ਧਰਮ ਵਿਰੋਧੀ ਹੈ, ਉਹ ਤਾਂ ਪੱਕਾ ਮੁਸਲਮਾਨ ਹੈ। ਫਿਰ ਉਹ ਤੇ ਗੁਜਰਾਤ ਦੇ ਕਿਸੇ ਬੰਦੇ ਤੋਂ ਕੇਸ ਕਰਾਤਾ ਵੀ ਤੂੰ ਕਹਿ ਤੇਰਾ ਪਿਓ ਮਾਰਦਾ ਸੀ, ਜੋ ਸੂਬੇਦਾਰ ਸੀ ਉੱਥੋਂ ਦਾ, ਉਦੋਂ ਕੇਸ ਕਰਾ ਕੇ ਉਹ ਸਿਆਣਾ ਸੀ ਸ਼ਾਹ ਸੂਜ਼ਾ, ਉਹ ਕਹਿੰਦਾ ਯਾਰ ਤੂੰ ਮੈਨੂੰ ਮਰਵਾਉਣਾ, ਮਰਵਾ ਦਿਆ ਡਰਾਮਾ ਕਹਿੰਦੇ ਇਸ ਤਰ੍ਹਾਂ ਜਿੱਦਾਂ,
ਠੀਕ ਹੈ ਨਾ, ਇਹ ਬਣੀ ਚੱਲੀ ਆਈ ਐ, ਹੀ ਹੋਊਗਾ, ਮੈਨੂੰ ਮਾਰ ਦੇ। ਕਹਿੰਦਾ ਨਹੀਂ ਨਹੀਂ ਨਹੀਂ, ਇਹੋ ਜਿਹੀ ਗੱਲ ਨਹੀਂ। ਤੇ ਕੇਸ ਚਲਾ ਕੇ ਸਿੱਧ ਕਰਕੇ ਵੀ ਹਾਂ ਇਹਨੇ ਖੂਨ ਕੀਤਾ। ਕਹਿੰਦੇ ਫਿਰ ਹੁਣ ਜੀ ਸਜ਼ਾ ਤਾਂ ਜੀ ਕਹਿੰਦਾ ਜਾਨ ਦੇ ਬਦਲੇ ਜਾਨ ਹੀ ਹੈ। ਚੱਲ ਮਾਰ ਦੇ। ਸੋ ਇਸ ਤਰ੍ਹਾਂ ਨਾਲ ਇਹ ਤਾਂ ਉਹਨੇ ਐ ਕਰਾਤੇ। ਹੁਣ ਜਦੋਂ ਇਹਨਾਂ ਦੇ ਮੁਸਲਮਾਨਾਂ ਦੇ ਇੱਕ ਹੁੰਦਾ ਸੀ ਖੁਤਬਾ ਪੜ੍ਹਨਾ, ਜਿਹੜਾ ਇਕੱਲੇ ਬਾਦਸ਼ਾਹ ਦਾ ਹੱਕ ਹੁੰਦਾ ਸੀ। ਸ਼ੁੱਕਰਵਾਰ ਨੂੰ ਜੋ ਜਾਮਾ ਮਸਜਿਦ ਦੀ ਨਮਾਜ਼ ਪੜ੍ਹੀ ਜਾਂਦੀ ਸੀਗੀ, ਉਸ ਨਮਾਜ਼ ਵਿੱਚ ਜਿਵੇਂ ਆਪਾਂ ਅਰਦਾਸ ਕਰਦੇ ਹਾਂ ਵੀ ਵਾਹਿਗੁਰੂ ਇਹਦਾ ਇਹ ਰੱਖੀ, ਇਹਨੂੰ ਰਾਜ ਲੰਮਾ ਕਰੀ, ਇਹਦਾ ਉਹ ਕਰੀ, ਉਹ ਖੁਤਬਾ ਕਹਿੰਦੇ ਸੀ। ਖੁਤਬਾ ਇਕੱਲੇ ਬਾਦਸ਼ਾਹ ਦੇ ਨਾਂ ਦਾ ਪੜ੍ਹਿਆ ਜਾ ਸਕਦਾ ਸੀ। ਜਿਹੜਾ ਮੇਨ ਕਾਜ਼ੀ ਸੀ ਉਹ ਇਹ ਕਰਦਾ ਵੀ ਇਹ ਬਾਦਸ਼ਾਹ ਔਰੰਗਜ਼ੇਬ ਦਾ ਉਹ ਰਾਜ ਵਧੇ, ਇਹਦਾ ਇਹ ਕਰੇ ਵਾ ਕਰੇ, ਅਰਦਾਸ ਇੱਕ ਤਰ੍ਹਾਂ ਦੀ। ਲੇਕਿਨ ਉਹ ਜਿਹੜਾ ਉੱਥੋਂ ਦਾ ਉਹ ਕੱਟੜ ਸੀ ਜਾਮਾ ਮਸਜਿਦ ਦਾ ਜਿਹੜਾ ਮੌਲਵੀ, ਉਹ ਕਹਿੰਦਾ ਇਸਲਾਮ ਦੇ ਵਿੱਚ ਪਿਓ ਦੇ ਜਿਉਂਦੇ ਜੀ ਪੁੱਤ ਦਾ ਖੁਤਬਾ ਨਹੀਂ ਪੜ੍ਹਿਆ ਜਾ ਸਕਦਾ। ਤੇ ਇਹ ਤਾਂ ਹੁਣ ਅੜ ਗਿਆ ਵਿੱਚ, ਠੀਕ ਹੈ। ਉਹ ਕਹਿੰਦਾ ਇਹਨੂੰ ਪਾਸੇ ਕਰੋ ਯਾਰ, ਕੋਈ ਹੈ ਜਿਹੜਾ ਪੜ੍ਹ ਦੂ, ਬਥੇਰੇ ਤਿਆਰ, ਮੈਂ ਪੜ੍ਹ ਦਿੰਦਾ ਜੀ, ਠੀਕ ਹੈ। ਉਹ ਦੂਜਾ ਸੱਦਿਆ, ਹਾਂਜੀ ਠੀਕ ਹੈ ਪੜ੍ਹਤਾ, ਓਕੇ ਜੀ ਜਾ, ਉਹਨੂੰ ਨਾਮ ਸਲਾਮ ਦੇ ਯਾਰ ਮੌਜ ਕਰ। ਮਤਲਬ ਧਰਮ ਦਾ ਉਵੇਂ ਕੋਈ ਕੱਟੜ ਮੁਸਲਮਾਨ ਨਹੀਂ ਸੀ। ਇਹ ਡਰਾਮੇਬਾਜ਼ੀ ਹੁੰਦੀ ਹੈ ਕਿ ਬੇਟਾ ਜੀ ਉਹ ਕੁਰਾਨ ਲਿਖ ਕੇ ਰੋਟੀ ਖਾਂਦਾ ਹੈ, ਉਹ ਵੇਚ ਕੇ ਰੋਟੀ ਖਾਂਦਾ ਹੈ, ਤੇ ਉਹਦੇ ਪਿੱਛੇ ਫਿਰ ਇਹਨਾਂ ਨੂੰ ਖਾਣਾ ਕਰਨ ਦੀ ਕੀ ਲੋੜ ਸੀ? ਜੇ ਤੁਸੀਂ ਕੁਰਾਨ ਲਿਖ ਕੇ ਵੇਚ ਕੇ ਰੋਟੀ ਖਾਣੀ ਹੈ ਤਾਂ ਉਹ ਤਾਂ ਤੁਸੀਂ ਕਿਤੇ ਬਹਿ ਕੇ ਖਾ ਲਓ ਨਾ। ਉਹਦੇ ਪਿੱਛੇ ਇੰਨੇ ਲੋਕਾਂ ਨੂੰ ਮਰਵਾਉਣ ਦਾ ਤੇ ਉਹਦਾ ਤਾਂ ਕੋਈ ਕਾਰਨ ਨਹੀਂ ਹੈਗਾ। ਫਿਰ ਤੁਸੀਂ ਇਹ ਵੇਖਦੇ ਆ ਆਪਾਂ ਔਰੰਗਜ਼ੇਬ ਬਾਰੇ, ਰਾਮ ਰਾਏ ਉਹਨੇ ਦਰਬਾਰ ਚ ਰਿਹਾ, ਜਿਹੜਾ ਆਪਾਂ ਪਤਾ ਹੈ ਰਾਮ ਰਾਏ ਨੇ ਉਹ ਔਰੰਗਜ਼ੇਬ ਨੇ ਕਦੀ ਨਹੀਂ ਕਹਿੰਦਾ ਮੁਸਲਮਾਨ ਬਣ ਜਾ। ਉਹਨੂੰ ਪਤਾ ਕਾਹਦੇ ਵਾਸਤੇ ਫਿਰ ਮੈਨੂੰ ਨਹੀਂ ਫਾਇਦਾ ਜੇ ਇਹ ਬਣਾ ਲਿਆ। ਉਹ ਸਿਰਫ ਰੱਖਦੇ ਸੀਗੇ ਉਹਨੂੰ ਉਹਦੇ ਤੌਰ ਦੇ ਉੱਤੇ, ਜ਼ਮਾਨਤ ਦੇ ਤੌਰ ਤੇ। ਜੇ ਤੇ ਉਹਨਾਂ ਨੂੰ ਥੋੜਾ ਜਿਹਾ ਲੱਗਦਾ ਸੀ ਯਾਰ ਦੂਰ ਹੈਗੇ ਤੇ ਪ੍ਰੋਬਲਮ ਨਾ ਕ੍ਰੀਏਟ ਕਰਨਾ, ਹੁਣ ਮੇਰੀ ਤਰ੍ਹਾਂ ਮੁੰਡਾ ਭੇਜ ਦੇ, ਠੀਕ ਹੈ, ਦੁਬਾਰਾ ਜਾ ਕੇ ਬੈਠੇ, ਕੋਈ ਗੱਲ ਨਹੀਂ, ਕੁਝ ਨਹੀਂ ਕਹਿਣਾ ਉਹਨੂੰ, ਬਸ ਆ ਲਿਆ ਕਰੇ। ਪਰ ਜੇ ਤੂੰ ਕੱਲ ਨੂੰ ਕੋਈ ਸਿਆਪਾ ਖੜਾ ਕਰੇਗਾ ਫਿਰ ਤੇਰਾ ਮੁੰਡਾ ਸੜੇਗਾ ਨਾ। ਹੋਰ ਬਾਕੀ ਮੁਸਲਮਾਨ ਨੂੰ ਵਗੈਰਾ ਬਣਾ ਕੇ ਸ਼ਿਵਾਜੀ ਨੂੰ ਸੱਦਿਆ, ਸ਼ਿਵਾਜੀ ਤੋਂ ਬਾਅਦ ਜਸਵੰਤ ਸਿੰਘ ਰਾਠੌਰ, ਰਾਜਾ ਜੈ ਸਿੰਘ, ਇਹ ਸਾਰੇ ਹਿੰਦੂ ਬਣ ਕੇ ਔਰੰਗਜ਼ੇਬ ਦੇ ਅੰਦਰ ਰਹੇ ਔਰ ਔਰੰਗਜ਼ੇਬ ਦਾ ਰਾਜ ਫੈਲਾਉਣ ਵਾਸਤੇ ਫਿਰਦੇ ਰਹੇ ਆ। ਇਹਨਾਂ ਨੂੰ ਕਦੀ ਨਹੀਂ ਲਿਖਿਆ ਕਿ ਤੁਸੀਂ ਮੁਸਲਮਾਨ ਬਣ ਜਾਓ, ਹੈ ਨਾ, ਕਿਉਂਕਿ ਉਹਨੂੰ ਕੋਈ ਨਹੀਂ ਹੈ। ਰਾਜੇ ਦਾ ਜਿਹੜਾ ਰਾਜਾਸ਼ਾਹੀ ਹੈ ਨਾ, ਉਹਦਾ ਬੇਸਿਕ ਸਿਸਟਮ ਇਹ ਹੈਗਾ ਕਿ ਉਹ ਵੱਧ ਤੋਂ ਵੱਧ ਜ਼ਮੀਨ ਨੂੰ ਖੇਤੀ ਅੰਡਰ ਲਿਆਉਣ। ਜ਼ਮੀਨ ਬਥੇਰੀ ਸੀ, ਲੋਕ ਘੱਟ ਸੀ, ਵੀ ਜ਼ਮੀਨ ਤੇ ਖੇਤੀ ਕਰੋ, ਖੇਤੀ ਦਾ ਜਿਹੜਾ ਬਣਦਾ ਹਿੱਸਾ ਟੈਕਸ ਦਾ ਉਹ ਤੁਸੀਂ ਸਟੇਟ ਨੂੰ ਦਿਓ। ਸਾਡੇ ਭਾਵੇਂ ਤੁਸੀਂ ਹਿੰਦੂ ਰਹਿ ਕੇ ਖੇਤੀ ਕਰ ਲਓ, ਤੁਸੀਂ ਮੁਸਲਮਾਨ ਹੋ ਕੇ ਖੇਤੀ ਕਰ ਲਓ, ਇਹਦਾ ਬਾਦਸ਼ਾਹ ਨੂੰ ਕੋਈ ਫਰਕ ਨਹੀਂ। ਆ 33% ਜਿਹੜਾ ਹੈਗਾ ਬਾਦਸ਼ਾਹ ਦਾ ਉਹ ਦੇ ਹੀ ਜਾ, ਤੇ ਜੇ ਤਾਂ ਤੁਸੀਂ ਬੰਦੇ ਬਣ ਕੇ ਉਹ ਦੇ ਜਾਂਦੇ ਤੁਹਾਨੂੰ ਕੋਈ ਕੁਛ ਨਹੀਂ ਕਹਿੰਦਾ। ਜੇ ਨਹੀਂ ਦਿੰਦੇ ਫਿਰ ਭਾਵੇਂ ਤੁਸੀਂ ਖੇਤੀ ਕਰਨ ਵਾਲਾ ਹਿੰਦੂ ਹੈ ਤੇ ਭਾਵੇਂ ਮੁਸਲਮਾਨ ਹੈ ਤੇ ਭਾਵੇਂ ਉਹ ਕੋਈ ਹੈ, ਫਿਰ ਬਖਸ਼ਦੇ ਨਹੀਂ। ਬੇਸਿਕਲੀ ਇਹ ਚੀਜ਼ ਸੀਗੀ ਜਿਸ ਨੂੰ ਅਸੀਂ ਇਹਨੂੰ ਧਰਮਾਂ ਦੀ ਲੜਾਈ ਬਣਾ ਲੈਂਦੇ ਹੈਗੇ ਆ। ਕੁਝ ਕੁ ਤਾਂ ਮਤਲਬ ਉਹਦੇ ਚ ਅਸੀਂ ਐਗਜ਼ੈਜਰੇਸ਼ਨਾਂ ਕੀਤੀਆਂ ਹੋਈਆਂ, ਉਹ ਘਟਨਾਵਾਂ ਉਸ ਤਰ੍ਹਾਂ ਨਹੀਂ ਵਾਪਰੀਆਂ ਹੋਈਆਂ। ਉਹ ਜਿਵੇਂ ਮਤਲਬ ਦੱਸਿਆ ਢਾਡੀ ਇਤਿਹਾਸ ਨੇ, ਉਹ ਕਿਉਂਕਿ ਉਹਨਾਂ ਲੋਕਾਂ ਨੂੰ ਖੁਸ਼ ਕਰਦਾ ਹੁੰਦਾ। ਮੈਨੂੰ ਮੇਰੇ ਨਾਲ ਆ ਰਹੇ ਸੀਗੇ ਮੇਰੇ ਦੋਸਤ, ਉਹਨਾਂ ਨੇ ਉਹ ਕੱਲ ਦੀਪ ਸਿੱਧੂ ਬਾਰੇ ਦੱਸਿਆ, ਕਹਿੰਦਾ ਕੱਲ ਢਾਡੀ ਪਤਾ ਕਿਤੇ ਗਾ ਰਹੇ ਸੀ ਵੀ ਉਹਦੇ ਕਹਿੰਦਾ ਜਦੋਂ ਉਹਦਾ ਪੋਸਟਮਾਰਟਮ ਕੀਤਾ ਖੂਨ ਹੀ ਖੂਨ ਵਗੀ ਜਾਵੇ, ਖੂਨ, ਡਾਕਟਰ ਹੈਰਾਨ, ਬੰਦੇ ਚ ਕਿੰਨਾ ਕੁ ਖੂਨ ਉਸ ਪੜ ਜਦੋਂ ਸੀ। ਲੇਕਿਨ ਉਹ ਜਿਹੜੀ ਜਨਤਾ ਬੈਠੀ ਆ ਉਹ ਬਸ ਧਰਨ ਹੋਣ ਵਾਸਤੇ ਬੈਠੀ ਆ, ਹੈ ਨਾ। ਉਹਨਾਂ ਨੇ ਕੋਈ ਸੋਚਣਾ ਨਹੀਂ ਵੀ ਇਹ ਕੀ ਚੀਜ਼ ਪੋਸੀਬਲ ਵੀ ਹੈਗੀ ਹੈ ਕਿ ਨਹੀਂ ਹੈਗੀ। ਸੋ ਇਹੋ ਜਿਹੀਆਂ ਚੀਜ਼ਾਂ ਕਰਕੇ ਹੀ ਇਹ ਲੋਕ ਉਦਾਂ ਕਰੀ ਜਾਂਦੇ। ਤੇ ਔਰੰਗਜ਼ੇਬ ਦਾ ਇੱਕ ਹੋਰ ਛੋਟਾ ਜਿਹਾ ਐਪੀਸੋਡ ਸ਼ਿਵਾਜੀ ਵਾਲਾ। ਅਸੀਂ ਸ਼ਿਵਾਜੀ ਦਾ ਬਹੁਤ ਉਹ ਮਹਾਰਾਸ਼ਟਰ, ਜਿਵੇਂ ਆਪਾਂ ਆਪਣੇ ਗੁਰੂ ਸਾਹਿਬ ਦਾ ਉਲਟ ਨਹੀਂ ਸੁਣਦੇ ਕੁਛ, ਮਹਾਰਾਸ਼ਟਰ ਸ਼ਿਵਾਜੀ ਦੇ ਉਲਟ ਨਹੀਂ ਸੁਣਦੇ ਕੁਛ। ਉਹ ਵੀ ਉਹਨਾਂ ਨੂੰ ਔਰ ਇਹ ਉਹਨੂੰ ਪ੍ਰੋਜੈਕਟ ਬੀਜੇਪੀ ਗਵਰਨਮੈਂਟ ਹੈ ਇਹ ਐ ਕਰ ਰਹੀ ਹੈ ਕਿ ਉਹ ਹਿੰਦੂ ਧਰਮ ਦਾ ਰਾਖਾ ਸੀ। ਧਰਮ ਤੋਂ ਉਹਦੇ ਵਾਸਤੇ ਕੋਈ ਪ੍ਰੋਬਲਮ ਨਹੀਂ, ਉਹਦਾ ਇਹ ਹੈ ਕਿ ਛੋਟਾ ਜਿਹਾ ਆਪਣਾ ਰਾਜ ਕਾਇਮ ਕਰਨਾ ਚਾਹੁੰਦਾ ਹੈ ਦੱਖਣ ਦੇ ਵਿੱਚ। ਉਹ ਆਪਣਾ ਰਾਜ ਕਾਇਮ ਕਰਨਾ ਚਾਹੁੰਦਾ ਹੈ। ਉਹ ਇਲਾਕਾ ਪਹਾੜੀ ਇਲਾਕਾ ਹੈ ਜਿਹਨੂੰ ਔਰੰਗਜ਼ੇਬ ਮਤਲਬ ਇਫੈਕਟਿਵਲੀ ਕੰਟਰੋਲ ਨਹੀਂ ਕਰ ਸਕਦਾ। ਕੰਟਰੋਲ ਕਰਨ ਵਾਸਤੇ ਇਹ ਉਦੋਂ ਜਿਓਗ੍ਰਾਫੀ ਵੀ ਬਹੁਤ ਕਾਊਂਟ ਕਰਦੀ ਸੀ। ਪਰ ਹੁਣ ਕਸ਼ਮੀਰ ਦੀ ਪ੍ਰੋਬਲਮ ਪੰਜਾਬ ਸੀ ਛੇਤੀ ਹੱਲ ਕਰ ਲਈ, ਕਸ਼ਮੀਰ 'ਚ ਨਹੀਂ ਹੁੰਦੀ ਕਿਉਂਕਿ ਪਹਾੜੀ ਇਲਾਕਾ ਹੈ, ਲੁਕਣ ਵਾਸਤੇ ਥਾਂ ਵੱਧ ਹੈਗੇ ਆ। ਤਾਂ ਇਸ ਤਰ੍ਹਾਂ ਹੀ ਉੱਥੇ ਸੀਗਾ। ਤਾਂ ਉਹ ਇਸ ਕਰਕੇ ਉਹਨੇ ਦੇਖ ਲਿਆ ਵੀ ਇਹ ਨਹੀਂ ਸੁੱਧ ਜਾਂਦਾ ਕਿਸੇ ਤਰ੍ਹਾਂ,
ਹੁਣ ਔਰੰਗਜ਼ੇਬ ਦਾ ਜਿਹੜਾ ਖਾਸੋ ਖਾਸ ਬੰਦਾ ਸੀ ਰਾਜਾ ਜੈ ਸਿੰਘ, ਉਹ ਕਹਿੰਦਾ ਜੀ ਤੁਸੀਂ ਮੈਨੂੰ ਦੱਸੋ, ਮੈਂ ਕਰਦਾ ਹਿਸਾਬ ਕਿਤਾਬ ਵੀ ਪਹਿਲੇ ਤੈਨੂੰ ਹਰਾਉਣਾ ਪਊ। ਉਹ ਫੌਜ ਲੈ ਕੇ ਗਿਆ, ਦੱਖਣ 'ਚ ਜਾ ਕੇ ਸ਼ਿਵਾਜੀ ਨੂੰ ਹਰਾਤਾ ਉਹਨੇ ਲੜਾਈ 'ਚ। ਹਰਾ ਕੇ ਉਹਨੂੰ ਸੱਦ ਲਿਆ, ਕਹਾਂ ਤੂੰ ਰਾਜ ਕਰਨਾ ਹੈ ਨਾ, ਤੈਨੂੰ ਰਾਜ ਔਰੰਗਜ਼ੇਬ ਦੇ, ਤੂੰ ਆਗਰੇ, ਤੂੰ ਉੱਥੇ ਦਿੱਲੀ ਚਲਾ ਜਾ ਔਰੰਗਜ਼ੇਬ ਕੋਲ, ਉਹ ਤੈਨੂੰ ਬਿਲਕੁਲ ਇਸ ਇਲਾਕੇ ਦਾ ਉਹ ਦੇ ਦੂਗਾ ਅਧਿਕਾਰ। ਉਹ ਕਹਿੰਦਾ ਮੈਨੂੰ ਮਾਰ ਦੂ। ਸ਼ਿਵਾਜੀ ਕਹਿੰਦਾ ਵੀ ਮਾਰ ਦੂਗਾ ਮੈਨੂੰ? ਉਹ ਕਹਿੰਦਾ ਮੇਰੀ ਗਰੰਟੀ ਹੈ, ਮੈਂ ਜ਼ੁਬਾਨ ਦਿੰਦਾ ਤੈਨੂੰ ਵੀ ਤੈਨੂੰ ਨਹੀਂ ਮਾਰੂ, ਜੇ ਮਾਰੂ ਤਾਂ ਮੈਂ ਆਪਦਾ ਸਿਰ ਵੱਢ ਦੂੰ ਬਸ। ਸ਼ਿਵਾਜੀ ਚਲਾ ਗਿਆ। ਸ਼ਿਵਾਜੀ ਜਾ ਕੇ ਦਰਬਾਰ ਦੇ ਵਿੱਚ ਹੁਣ ਉਹ ਕਹਿੰਦਾ ਵੀ ਉਹ ਗਿਆ, ਜੋ ਵੀ ਉਹ ਕਰਕੇ ਉਹਨਾਂ ਨੇ ਉਹਨੂੰ 5000 ਖਿਤਾਬ ਦਿੱਤਾ। 5000 ਦਾ ਮਤਲਬ ਇਹ ਸੀ ਕਿ ਤੂੰ 5000 ਸਿਪਾਹੀ ਰੱਖ ਲੈ, 5000 ਘੋੜੇ ਰੱਖ ਲੈ, ਇਹਨਾਂ ਦਾ ਖਰਚਾ ਤੈਨੂੰ ਸਟੇਟ ਦੇਊ, ਹੈ ਨਾ। ਤੇ ਉਸਦੇ ਵੱਡੇ ਉਹ ਕਹਿੰਦੇ ਹੁੰਦੇ ਸੀ ਜਾਂ ਤੈਨੂੰ ਬਠਿੰਡੇ ਜ਼ਿਲ੍ਹੇ ਦਾ ਤੈਨੂੰ ਉਹ ਲਾਇਆ ਜਗੀਰਦਾਰ, ਉੱਥੋਂ ਮਾਲੀਆ ਇਕੱਠਾ ਕਰਕੇ ਇੱਥੇ ਪਹੁੰਚਾ ਲਿਆ ਕਰ। ਇਹ ਨੌਕਰੀ ਜਿਹੜੀ ਮੁਗਲਾਂ ਦੀ ਉਹ ਐ ਸੀ। ਅਸੀਂ ਕਿੰਨਾ ਹੀ ਕਹਿ ਦਿੰਦੇ ਫਲਾਣੇ ਨੇ 500 ਸਿਪਾਹੀ ਰੱਖ ਰੱਖਿਆ ਸੀ, ਉਹਨੇ 400। ਇਹ ਕੋਈ ਪਿਤਾ ਜੀ ਦਾ ਰਾਜ ਨਹੀਂ ਸੀ ਵੀ ਜਿਹੜਾ ਜਿੰਨੇ ਮਰਜ਼ੀ ਰੱਖ ਲੈ। ਰਿਟਨ ਆਰਡਰ ਹੁੰਦਾ ਸੀਗਾ ਬਿਲਕੁਲ ਉੱਤੋਂ ਵੀ ਇਹ ਤੂੰ 100 ਸਿਪਾਹੀ ਤੇ 100 ਘੋੜੇ ਰੱਖ ਸਕਦਾ ਹੈ, ਤੂੰ 200 ਰੱਖ ਸਕਦਾ ਹੈ। ਇਹ ਵੱਧ ਤੋਂ ਵੱਧ 5000 ਤੱਕ ਹੁੰਦਾ ਸੀਗਾ। ਔਰ ਜੇ ਐਕਸਟ੍ਰੀਮ ਹੈ ਕੋਈ ਹੋ ਬਾਹਲਾ ਹੀ ਹੈ, ਉਹਨੂੰ 7000 ਬਸ। ਕਿਉਂਕਿ ਉਹਨਾਂ ਨੇ ਇਹ ਵੀ ਵੇਖਣਾ ਹੁੰਦਾ ਸੀ ਨਾ, ਜੇ ਉਹਨੂੰ ਕਹਿੰਦਾ 20000 ਰੱਖ ਲੈ ਤੇ ਕੱਲ ਮੈਂ ਮੇਰੇ ਤੇ ਹਮਲਾ ਕਰ ਦੂੰ ਨਾ। ਇਹ ਬਹੁਤ ਬੈਲੈਂਸ ਮਤਲਬ ਰੱਖ ਕੇ ਚੱਲਣਾ ਪੈਂਦਾ ਸੀ। ਉਹਨੂੰ 5000 ਹੀ ਉਹਦਾ ਦਿੱਤਾ ਸ਼ਿਵਾਜੀ ਨੂੰ, ਵੀ ਤੈਨੂੰ 5000 ਦਿੱਤਾ। ਉਹ ਉੱਥੇ ਜਿਹਨੂੰ ਕਹੇਗਾ ਟਿੰਡਰ ਗਿਆ, ਮੈਂ ਨਹੀਂ 5000 ਹੀ ਮੈਂ ਨਹੀਂ ਲੈਣਾ, ਮੈਂ 7 ਲਊਂ ਵੀ ਅੱਜ ਜਿਹੜਾ ਤੇਰਾ 7000 ਇਹਨੂੰ ਮੈਂ ਹਰਾਇਆ ਵਾ, ਮੈਂ ਤੂੰ ਪਿੱਛੇ ਕਿਉਂ ਰਵਾਂ। ਉਹ ਕਹਿੰਦੇ ਕਿ ਪਹਿਲੀ ਗੱਲ ਤਾਂ ਇਹ ਕਿ ਇਹ ਬਾਦਸ਼ਾਹ ਦਾ ਦਰਬਾਰ, ਤਮੀਜ਼ ਨਾਲ ਗੱਲ ਕਰ, ਕਹਿੰਦਾ ਇੱਥੇ ਐ ਨਹੀਂ ਹੈਗਾ ਜੋ ਮਰਜ਼ੀ ਆ ਕੇ ਭੌਂਕਣ ਲੱਗ ਪਿਆ, ਆਰਾਮ ਨਾਲ ਗੱਲ ਕਰ। ਤੇ ਪਾਸੇ ਤੇ ਜਾ ਕੇ ਵੀ ਹਾਂ ਦੱਸ ਕੇ ਉਹ ਕਹਿੰਦਾ ਮੈਂ 7000 ਕਹਿੰਦਾ। ਦੇਖੋ ਜਿਹੜੇ ਰਾਜਪੂਤ ਅਹੁਦੇਦਾਰ ਹੈ ਉਹ ਵੀ ਇਸ ਕਰਕੇ ਇਤਰਾਜ਼ ਕਰਦੇ ਆ। ਉਹ ਕਹਿੰਦਾ ਮਹਾਰਾਜ ਔਰੰਗਜ਼ੇਬ ਨੂੰ ਕਹਿੰਦੇ ਸਾਡੀਆਂ 3 ਪੀੜ੍ਹੀਆਂ ਹੋ ਗਈਆਂ ਤੁਹਾਡੇ ਪਿੱਛੇ ਲੜ ਕੇ ਮਰਦਿਆਂ, ਫੇਰ ਜਾ ਕੇ ਮੈਨੂੰ 7000 ਉਹਦਾ ਮਿਲਿਆ। ਤੁਸੀਂ ਆ ਕੱਲ ਦਾ ਭੂਮੀਆਂ ਕਹਿੰਦੇ ਡਾਕੂ ਆ ਫੜ ਕੇ ਲਿਆ ਕੇ ਤੁਸੀਂ 5000 ਦੇ ਜਾਂਦੇ ਆ ਨਾ। ਉਹਦੇ 'ਚ ਵੀ ਪ੍ਰੋਬਲਮ ਹੈਗੀ ਹੈ। ਇਸ ਕਰਕੇ ਉਹ ਕਹਿੰਦਾ ਮੈਂ ਨਹੀਂ 5000 ਲੈਣਾ, ਕਹਿੰਦਾ ਨਹੀਂ ਲੈਂਦਾ ਤਾਂ ਛੱਡੋ ਜੇਲ੍ਹ 'ਚ। ਉਹਨੂੰ ਮੁਸਲਮਾਨ ਬਣਾਉਣ ਵਾਸਤੇ ਨਹੀਂ ਕਿਹਾ, ਫਿਰ ਮੁਸਲਮਾਨ ਬਣਾ ਦਿਓ, ਸਮਝੇ ਨਾ। ਸੋ ਇਹ ਚੀਜ਼ਾਂ ਜਿਹੜੀਆਂ ਬਹੁਤੀਆਂ ਹੈਗੀਆਂ, ਇਹ ਫੋਕ ਜੋ ਇਹ ਢਾਡੀ ਵਗੈਰਾ ਇਹ ਕਰਦੇ ਰਹਿੰਦੇ ਆ, ਰਿਐਲਿਟੀ ਉਸ ਤਰ੍ਹਾਂ ਦੀ ਨਹੀਂ ਹੈ। ਇਹ ਐਲਾਨ ਕਰ ਬੈਠਾ ਵੀ ਵੋਟਾਂ ਕਾਂਗਰਸ ਨੂੰ ਪਾਈਓ, ਜਿੱਤ ਕੇ ਖਾਲੀ, ਉੱਥੋਂ ਇਹਦੀ ਖੇਡ ਖਰਾਬ ਹੋਣੀ ਸ਼ੁਰੂ ਹੋਈ। ਔਰ ਇਹ ਨਹੀਂ ਕਿ ਕੱਲਾ ਇਹ ਸਰਸੇ ਵਾਲਾ ਐ ਕਰਦਾ ਹੈ, ਸਾਰੇ ਸਾਧ ਆਹੀ ਕੁਛ ਕਰਦੇ ABC ਕੋਈ ਡੇਰਾ ਹੈ, ਸਭ ਆਹੀ ਕੁਛ ਕਰਦੇ ਆ। ਔਰ ਸਰਕਾਰ ਨੂੰ ਇੱਕ ਦਾ ਪਤਾ ਹੈ, ਸਭ ਥਾਂ CID ਛੱਡੀ ਹੁੰਦੀ ਹੈ ਉਹਨਾਂ ਦੀ, ਕਿੱਥੇ ਕੀ ਹੋ ਰਿਹਾ, ਕਿੱਥੇ ਕੀ ਹੋ ਰਿਹਾ। ਤਾਂ ਜਦੋਂ ਤੱਕ ਤੁਹਾਨੂੰ ਲੱਗਦਾ ਨਾ ਕੁਛ ਨਹੀਂ, ਆਪਦੀ ਖੇਡ ਵਾਸਤੇ ਠੀਕ ਹੈ ਚੱਲੀ ਜਾ। ਪਰ ਮੈਂ ਕਿਹਾ ਇੱਕ ਵਾਰੀ ਤੁਸੀਂ ਸਾਡੇ ਜਿਹੜੇ ਸੰਧੂਆਂ ਹੈ ਉੱਥੇ ਰਾਧਾ ਸਵਾਮੀਆਂ ਦਾ ਡੇਰਾ ਹੈਗਾ, ਲੱਖ ਤੋਂ ਬੰਦਾ ਪਹੁੰਚ ਜਾਂਦਾ ਹੈ ਐਤਵਾਰ ਨੂੰ ਉੱਥੇ ਹਰ ਕਰਦਾ। ਮੈਂ ਕਿਹਾ ਸਰਕਾਰ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਉਹ ਜੋ ਭਾਵੇਂ ਨੂੰ ਰੱਖ ਹੋ ਜਾਓ, ਲੇਕਿਨ ਇੱਕ ਐਤਵਾਰ ਉਹ ਕਹਿ ਦੇਣ ਕਿ ਵੀ ਤੁਹਾਡਾ ਜਿਹੜਾ ਮਾੜੇ ਹਾਲਤ ਹੈ ਇਹਦੇ ਵਾਸਤੇ ਅਮਰਿੰਦਰ ਸਿੰਘ ਜ਼ਿੰਮੇਦਾਰ ਹੈ ਜਾਂ ਬਾਦਲ ਜ਼ਿੰਮੇਦਾਰ ਹੈ, ਫਿਰ ਅਗਲੇ ਐਤਵਾਰ ਸਤਸੰਗ ਨਹੀਂ ਹੁੰਦਾ। ਉਹੀ ਗੱਲ ਇਹਨਾਂ ਦੀ ਸੀ ਜਿਹੜੇ ਮੁਸਲਿਮ ਬਾਦਸ਼ਾਹ ਸੀ, ਉਹਨਾਂ ਦਾ ਵੀ ਇਹੀ ਸੀ ਵੀ ਸਾਡੇ ਚ ਪੰਗਾ ਨਾ ਲਓ, ਤੁਸੀਂ ਆਪਦਾ ਜੋ ਮਰਜ਼ੀ ਕਰੀ ਚਲੋ। ਇੱਕ ਆਰਡਰ ਹੈਗਾ ਜਹਾਂਗੀਰ ਦਾ, ਜਹਾਂਗੀਰ ਦਾ ਆਰਡਰ ਦੇ ਵਿੱਚ ਉਹ ਮੈਂ ਪੜ੍ਹਿਆ, ਉਹਦੇ ਵਿੱਚ ਉਹ ਜੈਨੀਆਂ ਬਾਰੇ ਲਿਖਦਾ। ਕੁਝ ਜੈਨੀ ਸੰਤ ਗਏ ਹੋਣੇ ਉਹਨਾਂ ਕੋਲ ਵੀ ਜੀ ਫਲਾਣਾ ਦਿਨ ਸਾਡਾ ਧਾਰਮਿਕ ਦਿਨ ਹੁੰਦਾ ਹੈ, ਤੇ ਉਹ ਗੁਜਰਾਤ ਤੋਂ ਗਏ ਸੀ ਵੀ ਉਹਦੇ ਤੁਸੀਂ ਪਸ਼ੂ ਬਲੀ ਦੀ ਮਨਾਹੀ ਕਰਦੇ, ਵੀ ਉਹਦੇ ਨਾਲ ਬੱਕਰੇ ਬੁੱਕਰੇ ਨਾ ਝਟਕਾ ਕਰਨ ਜਾਂ ਕੁਝ ਨਾ ਕਰਿਆ ਕਰਨ। ਜਹਾਂਗੀਰ ਬਿਲਕੁਲ ਹੁਕਮ ਦਿੰਦਾ ਹੈ, ਉਹ ਹੁਕਮ ਬਚਿਆ ਹੋਇਆ ਹਾਲੇ ਕਿ ਮੇਰੇ ਕੋਲ ਆ ਫਲਾਣੇ ਜੈਨ ਮੁਨੀ ਆਏ ਹੈ, ਇਹਨਾਂ ਨੇ ਆ ਮੰਗ ਕੀਤੀ ਹੈ, ਮੈਂ ਵੈਰੀਫਾਈ ਕਰਕੇ ਵੇਖ ਲਿਆ ਕਿ ਇਹ ਪਿਓਰਲੀ ਧਾਰਮਿਕ ਬੰਦੇ ਹੈ, ਇਹਨਾਂ ਦਾ ਕੋਈ ਰਾਜਨੀਤਿਕ ਏਮ ਨਹੀਂ ਹੈਗਾ, ਮੈਂ ਹੁਕਮ ਦਿੰਦਾ ਹੈ ਕਿ ਉਸ ਦਿਨ ਬੰਦ ਕਰ, ਸਮਝੇ ਨਾ। ਤੇ ਜਿਹਨੂੰ ਅਸੀਂ ਉਹ ਮਤਲਬ ਉਹ ਕਹੀ ਜਾਂਦੇ ਬੜੇ ਕੱਟੜ ਨੂੰ 100 ਸੀ ਤੇ ਫਲਾਣਾ ਸੀ, ਰਾਜੇ ਨੇ ਰਾਜ ਚਲਾਉਣਾ ਹੈ, ਉਹ ਕੱਟੜ ਦਾ ਉਹਨੂੰ ਦਰਦ ਵੀ ਕੋਣ, ਸਮਝੇ ਨਾ। ਸੋ ਬੇਸਿਕਲੀ ਤਾਂ ਜਿਹੜੀ ਹੈ ਉਹ ਇਹ ਸੀਗੀ, ਹੋਰ ਉਹ ਮਤਲਬ ਮੁਸਲਮਾਨਾਂ ਦਾ ਉਸ ਤਰ੍ਹਾਂ ਕੋਈ ਧਾਰਮਿਕ ਕੱਟੜਤਾ ਜਾਂ ਉਹ ਨਹੀਂ ਸੀਗੀ। ਤਾਂ ਇਸੇ ਤਰ੍ਹਾਂ ਹੀ ਜਿਹੜਾ ਸ਼ਿਵਾਜੀ ਦਾ ਤੁਹਾਨੂੰ ਦੱਸਦਾ, ਮਹਾਰਾਣਾ ਪ੍ਰਤਾਪ ਦਾ ਵੀ ਅਸੀਂ ਉਹ ਬਹੁਤ ਹੀਰੋ, ਇਹਨਾਂ ਨੇ ਨਾ ਸਾਰੇ BJP ਦਾ ਤਾਂ ਫੰਡਾ ਹੀ ਸਿੱਧਾ ਹੈ
ਵੀ ਜਿਹੜਾ ਵੀ ਮੁਸਲਮਾਨਾਂ ਦੇ ਉਲਟਾ ਸਾਡਾ ਹੀਰੋ ਹੈ, ਜਿਹੜਾ ਮੁਸਲਮਾਨਾਂ ਨਾਲ ਲੜਿਆ ਉਹ ਸਾਡਾ ਹੀਰੋ ਹੈ। ਠੀਕ ਹੈ, ਤਾਂ ਹੀ ਗੁਰੂ ਗੋਬਿੰਦ ਸਿੰਘ ਨੂੰ ਵਿੱਚ ਲੈ ਲੈਂਦੇ ਆ। ਰਾਣਾ ਪ੍ਰਤਾਪ ਹੈਗਾ, ਉਹਦਾ ਰਾਣਾ ਪ੍ਰਤਾਪ ਦਾ ਚੱਲ ਥੋੜੇ ਜਿਹੇ ਇੱਕ ਪੱਖੋਂ ਦਾ ਆਪਦੀ ਚੱਲ ਹਿੰਡ ਹੈਗੀ ਹੈ। ਅਕਬਰ ਨੂੰ ਕਹਿੰਦਾ ਸੀ ਕਿ ਮੇਰਾ ਦਰਬਾਰ ਜਾ, ਠੀਕ ਹੈ, ਤਾਂ ਮੈਂ ਖੁਦ ਨਹੀਂ ਕਹਿੰਦਾ, ਬਸ ਇਹ ਉਹਦੀ ਵੀ ਜਿੱਦ ਸੀ। ਔਰ ਰਾਣਾ ਪ੍ਰਤਾਪ ਵੀ ਇੱਥੋਂ ਤੇ ਹੀ ਤਿਆਰ ਸੀ ਵੀ ਮੈਂ ਮੇਰੇ ਮੁੰਡੇ ਨੂੰ ਭੇਜ ਦੇਣਾ, ਮੈਂ ਨਹੀਂ ਆਉਣਾ। ਉਹ ਫਿਰ ਅੱਗੇ ਵੇਖ ਲਿਆ ਵੀ ਉਹ ਹਰਾਤਾ, ਉਹਨੂੰ ਹਰਾ ਕੇ ਭੱਜ ਗਿਆ ਰਾਣਾ ਪ੍ਰਤਾਪ। ਉਹ ਫਿਰ ਉਹਨੂੰ ਕੁਛ ਨਹੀਂ ਕਹਿ ਦੇਣਾ, ਚੱਲਦੇ ਆ ਫਿਰੀ ਜਾਂਦੇ ਆਪਾਂ ਨੂੰ ਕੀ ਕਹਿੰਦਾ। ਤਾਂ ਉਹ ਹੋਰ ਇਹ ਉਹਨਾਂ ਨੂੰ ਇਹ ਹਿੰਦੂ ਰਾਜ ਦਾ ਉਹ ਸੀ ਰਾਖਾ, ਇਹ ਫਲਾਣਾ ਸੀ। ਉਹਨਾਂ ਵਾਸਤੇ ਜਿਹੜੇ ਰੂਲਰ ਹੁੰਦਾ ਨਾ ਉਹਦੇ ਵਾਸਤੇ ਧਰਮ ਤੋਂ ਹੁੰਦਾ ਕੋਈ ਮਸਲਾ ਨਹੀਂ, ਹਰੇਕ ਆਪਣੇ ਫਾਇਦੇ ਵਾਸਤੇ ਵੀ ਮੇਰਾ ਜਿਹੜਾ ਫਾਇਦਾ ਛੋਟਾ ਮੋਟਾ ਕਾਹਦੇ ਚ ਹੁੰਦਾ, ਉਹ ਉਸ ਹਿਸਾਬ ਦੇ ਨਾਲ ਉਹ ਆਪਦਾ ਚੱਲਦਾ। ਲਾਈਫ ਜਿਹੜਾ ਸੈਲਫ ਇੰਟਰਸਟ ਸਭ ਤੋਂ ਜ਼ਿਆਦਾ ਕੰਮ ਕਰਦਾ। ਜਿਹੜਾ ਤੁਹਾਡਾ ਇਹ ਸਾਨੂੰ ਕਹਾਣੀਆਂ ਚ ਹੀ ਹੈ ਵੀ ਫਲਾਣੇ ਨੇ ਉਹਦੇ ਪਿੱਛੇ ਸ਼ਹੀਦੀ ਦਿੱਤੀ, ਉਹ ਮਰ ਗਿਆ। ਤੁਸੀਂ ਇਹ ਤੁਹਾਨੂੰ ਸ਼ਹੀਦ ਕਰਨ ਵਾਸਤੇ ਹੈ ਹਨਾ। ਜਿਹੜਾ ਅਸੀਂ ਸਾਰੇ ਇਤਿਹਾਸ ਦੇ ਵਿੱਚ ਅਸੀਂ ਇਹ ਬਣਾ ਰੱਖਿਆ ਕਿ ਵੀ ਸ਼ਹੀਦ ਹੋਣਾ ਬਹੁਤ ਵੱਡੀ ਗੱਲ ਆ। ਪਰ ਜਿਉਂ ਕੇ ਸਮਾਜ ਦਾ ਕਰੋ, ਜਿਹੜੇ ਸਮਾਜ 'ਚ ਜਿਉਂਦੇ ਆ ਉਹਦਾ ਵਧੀਆ ਕਰੋ, ਉਹਨੂੰ ਅੱਗੇ ਲਿਜਾਓ, ਨਾ ਕਿ ਸ਼ਹੀਦ ਹੋ ਗਏ ਸ਼ਹੀਦ ਹੋਣਾ ਲੋਕਾਂ ਦਾ ਨਾ ਆਵੇ ਟੀਚਰ ਕਰਵਾਓ ਜਾ ਕੇ ਅੱਗੇ। ਔਰ ਇਹ ਧਰਮ ਸਾਡੇ ਜਿੰਨੇ ਹੈਗੇ ਆ ਸਾਰੇ ਇੰਡੀਆ ਦੇ ਤਾਂ ਪਲੇਸਮੈਂਟ ਜਿੰਨੇ ਸਟੱਡੀ ਕੀਤੇ ਆ ਸਾਰੇ ਲਾਈਫ ਦੇ ਪ੍ਰਤੀ ਤੁਹਾਡੇ ਨੈਗੇਟਿਵਿਟੀ ਕ੍ਰੀਏਟ ਕਰਦੇ ਆ। ਇਹ ਤੁਸੀਂ ਮਰ ਜਾਣਾ, ਤੁਹਾਡਾ ਕੁਝ ਨਹੀਂ ਰਹਿਣਾ, ਤੁਹਾਡਾ ਬਲਾਣਾ, ਉਹ ਫਿਰ ਤੁਸੀਂ ਮਰ ਜਾਣਾ, ਚੰਗੇ ਕੰਮ ਕਰ ਲਓ ਹੈਨਾ। ਬੰਦਿਆ ਛੱਡ ਕੇ ਤੇ ਫਲਾਣਾ ਆਪ ਕੋਈ ਨਹੀਂ ਛੱਡਦਾ ਹੈਨਾ। ਆਪ ਜਿਹੜੇ ਮਾਰਨ ਲੱਗੀ ਜਾਂਦਾ ਹੋਰ ਲੱਗੀ ਆਪ ਉਹ ਇੱਕ ਸੰਤ ਹੈਗਾ, ਉਹਦਾ ਮੋਬਾਈਲ ਹੀ ਕਹਿੰਦੇ ਪਤਾ ਕਿੰਨੇ ਕੋ ਹੁੰਦਾ ਹੈ। ਉਹ ਦੂਜਿਆਂ ਨੂੰ ਕਹਿੰਦਾ ਕੋਈ ਬਾਇਆ ਰੱਖ ਮਾਇਆ ਨਾਲ ਦੀ ਗੱਲ ਨਹੀਂ ਦੇਖੋ। ਸੋ ਧਰਮ ਦਾ ਜਿਹੜਾ ਪਾਪੂਲਰ ਰੂਪ ਹੈਗਾ ਉਹ ਇੱਕੋ ਹੀ ਹੈ। ਜੇ ਧਰਮ ਦਾ ਕੋਈ ਹੈ, ਜੇ ਹੈ ਤਾਂ ਉਹ ਇਹ ਹੈ ਕਿ ਚਲੋ ਤੁਸੀਂ ਤੁਹਾਨੂੰ ਦਿਲ ਚ ਲੱਗਦਾ ਤੁਹਾਨੂੰ ਕਲੱਬ ਲੱਗਦਾ ਹੈ ਤਾਂ ਕੋਈ ਨਹੀਂ, ਦੋ ਲੱਗਦੇ ਤਾਂ ਕੋਈ ਨਹੀਂ, ਨਹੀਂ ਲੱਗਦਾ ਤਾਂ ਵੀ ਕੋਈ ਨਹੀਂ। ਲੇਕਿਨ ਜਦੋਂ ਤੁਸੀਂ ਉਹਦੇ ਨਾਂ ਦੇ ਉੱਤੇ ਗਰੁੱਪ ਬਣਾਉਂਦੇ ਆ, ਤੁਸੀਂ ਹੋਰ ਸਾਰਾ ਕੁਝ ਕਰਦੇ ਆ, ਉਹ ਧਰਮ ਨਹੀਂ ਹੈਗਾ, ਉਹ ਰਾਜਨੀਤੀ ਹੈ। ਤੁਸੀਂ ਉਹਨੂੰ ਧਰਮ ਨੂੰ ਪਾਵਰ ਹਥਿਆਉਣ ਵਾਸਤੇ ਵਰਤਣਾ ਚਾਹੁੰਦੇ ਆ। ਉਹ ਪਾਵਰ ਅਮਰਿੰਦਰ ਸਿੰਘ ਕੋਲ ਚੀਫ ਮਿਨਿਸਟਰ ਦੇ ਤੌਰ ਤੇ ਹੈ, ਸਰਸੇ ਵਾਲੇ ਕੋਲ ਉਹ ਆਪਣੀ ਉਹਦੇ ਗੁੱਟ ਦੇ ਤੌਰ ਤੇ ਹੈ ਪਾਵਰ ਦੀ ਖੇਡ ਨਾ। ਤਾਂ ਉਹਦੇ ਵਿੱਚ ਉਹਨਾਂ ਦਾ ਧਰਮ ਫਰਮਾਇਆ ਜਾਂ ਧਰਮ ਕਰਨਾ ਇਹੋ ਜਿਹਾ ਕੁਝ ਨਹੀਂ। ਤੋਂ ਮੋਟੇ ਤੌਰ ਦੇ ਉੱਤੇ ਆਪਾਂ ਇਹ ਗੱਲਾਂ ਸੀਗੀਆਂ। ਹੁਣ ਜੇ ਇਹਨਾਂ ਵਿੱਚੋਂ ਕਿਸੇ ਬਾਰੇ ਹੋਰ ਥੋੜਾ ਪਰ ਆਫ ਟਰੈਕ ਹੋ ਜਾਂਦਾ ਕਈ ਵਾਰੀ, ਤਾਂ ਕੋਈ ਗੱਲ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ ਬਾਰੇ ਤਾਂ ਮੈਨੂੰ ਕਾਈਂਡਲੀ ਲਿਖ ਕੇ ਭੇਜ ਦਿਓ, ਆਪਾਂ ਸਿਸਟਮੈਟਿਕ ਧੰਨਵਾਦ।